ਇੰਦ ਸਿੰਘ ਵਿਸਾਲਾ। ਵਾਹਿਗੁਰੂ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੀਤ ਜਾਮਨੀ ਸੋ ਤਬ ਗਈ, ਬੈਠੇ ਗੁਰ ਪ੍ਰਭਾਤ ਤਬ ਭਈ। ਚੰਦੂ ਦੁਸ਼ਟ ਵਿਚਾਰਤ ਮਨ ਮੈਂ, ਅਗਨ ਤਾਪ ਤੇ ਪੀਰ ਨਾ ਤਨ ਮੈਂ। ਬੀਤ ਜਾਮਨੀ ਸੋ ਤਬ ਗਈ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪਰਤਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਹਾਜ਼ਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ। ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ, ਪਿਆਰ ਵਿੱਚ ਆ ਕੇ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ, ਸਿਰ ਝੁਕਾ ਕੇ, ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਸਤਿਗੁਰੂ ਜੀ ਦੀ ਬੜੀ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ। ਸਾਨੂੰ ਸਾਰਿਆਂ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਗੁਰੂ ਜੀ ਨੇ ਸਮਾਂ ਬਖਸ਼ਿਸ਼ ਕੀਤਾ। ਆਪਾਂ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਹਾਂ, ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਦਾ ਮੁੱਖ ਵਾਕ ਪਾਠ ਭਾਈ ਸਾਹਿਬ ਜੀ ਦੇ ਕੋਲੋਂ ਆਪ ਜੀ ਨੇ ਸਰਵਣ ਕੀਤਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਹੋਈ ਹੈ। ਕੁਝ ਸਮਾਂ ਲੜੀਵਾਰ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪਾਂ ਨੇ ਸਰਵਣ ਕਰਨਾ ਹੈ। ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਪਹੁੰਚੇ ਹੈ। ਜਿਸ ਤਰੀਕੇ ਨਾਲ ਦੁਸ਼ਟ ਚੰਦੂ ਪਾਪ ਕਮਾ ਰਿਹਾ ਹੈ, ਉਹ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹਾਂ। ਮਹਾਰਾਜ ਗਰੀਬ ਨਵਾਜ ਜੀ ਬਿਨਾਂ ਜਲ, ਬਿਨਾਂ ਪ੍ਰਸ਼ਾਦਾ, ਬਿਨਾਂ ਸੁੱਤਿਆਂ ਮਹਾਰਾਜ ਜੀ ਇੱਕ ਰਸ ਚੌਂਕੜੇ ਵਿੱਚ ਬੈਠੇ ਹਨ ਜੀ। ਦੁਸ਼ਟ ਚੰਦੂ ਜਿਹਦਾ ਹਿਰਦਾ ਸਦਾ ਹੀ ਸੜਦਾ ਰਹਿੰਦਾ ਹੈ, ਮਹਾਰਾਜ ਜੀ ਦੇ ਕੋਲ ਆਇਆ। ਸੱਚੇ ਪਾਤਸ਼ਾਹ ਜੀ ਨੂੰ ਭੈੜੇ ਬੋਲ ਬੋਲੇ। ਮਹਾਰਾਜ ਜੀ ਨੇ ਇੱਕੋ ਵਾਰੀ ਜਵਾਬ ਦੇ ਦਿੱਤਾ, ਚੰਦੂ ਜਿਹੜੀ ਗੱਲ ਤੂੰ ਸਾਡੇ ਕੋਲੋਂ ਚਾਹੁੰਦਾ ਹੈ ਨਾ, ਉਹ ਨਹੀਂ ਅਸੀਂ ਕਰਨੀ। ਸੰਗਤ ਜੀ, ਦੁਸ਼ਟ ਚੰਦੂ ਨੇ ਫਿਰ ਇੰਤਹਾ ਕੀਤੀ, ਹੱਦ ਕਰ ਦਿੱਤੀ। ਕੱਲ ਤੁਸੀਂ ਸੁਣਿਆ, ਇੱਕ ਵੱਡੀ ਦੇਗ ਲੈ ਕੇ ਪਾਣੀ ਨੂੰ ਉਬਾਲਿਆ ਗਿਆ। ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਵੀ ਗੁਰੂ ਜੀ ਨੂੰ ਬਿਠਾ ਦਿਓ ਇਹਦੇ ਵਿੱਚ। ਤੁਸੀਂ ਸੁਣਿਆ, ਸਤਿਗੁਰ ਆਪੇ ਹੀ ਉੱਠ ਗਏ। ਮਹਾਰਾਜ ਆਪੇ ਉੱਠੇ ਆ। ਉਬਲਦੀ ਦੇਗ ਦੇ ਵਿੱਚ ਗਰੀਬ ਨਵਾਜ ਜੀ ਨੇ ਚੌਂਕੜਾ ਮਾਰ ਲਿਆ, ਜਿਸ ਵਿੱਚ ਉਂਗਲ ਪਾਉਣੀ ਵੀ ਔਖੀ ਹੁੰਦੀ ਹੈ ਜੀ। ਸੰਗਤ ਜੀ, ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਜ਼ਰੂਰੀ ਨਹੀਂ ਹੈ ਕਰਾਮਾਤ ਕਰਕੇ ਆਪਣਾ ਸਰੀਰ ਬਚਾ ਲੈਣਾ ਬੜੀ ਵੱਡੀ ਗੱਲ ਹੁੰਦੀ ਹੈ ਜੀ।
ਇੰਨਾ ਕੁਝ ਸਹਿ ਜਾਣਾ ਇਹ ਬੜੀ ਵੱਡੀ ਕਰਾਮਾਤ ਹੈ ਜੀ। ਚੇਤਾ ਰੱਖਿਓ, ਆਮ ਬੰਦਾ, ਧਾਰਮਿਕ ਪੁਰਸ਼ ਜਿਹੜਾ ਹੈ ਨਾ, ਉਹ ਵੀ ਨਹੀਂ ਸਹਿ ਸਕਦਾ ਜੀ। ਮੁਸਲਮਾਨ ਧਰਮ, ਇਸਲਾਮ ਧਰਮ ਦੇ ਇੱਕ ਪੈਗੰਬਰ ਨੂੰ ਆਖਿਆ ਸੀ ਵੀ ਜੇ ਤੂੰ ਸੱਚਾ ਹੈ ਤੇ ਕੋਲਿਆਂ ਦੇ ਉੱਤੇ ਤੁਰ। ਪਿਆਰਿਓ, ਨੇ ਰੱਬ ਅੱਗੇ ਅਰਦਾਸ ਕੀਤੀ। ਉਹ ਕੋਲੇ ਜਿਹੜੇ ਸੜ ਰਹੇ ਸਨ, ਤਪ ਰਹੇ ਸਨ, ਜਦੋਂ ਉਹਨੇ ਅਰਦਾਸ ਕੀਤੀ ਤਾਂ ਫੁੱਲ ਬਣ ਗਏ ਜੀ ਸਾਰੇ ਜੀ। ਪਰ ਇੱਥੇ ਗੁਰੂ ਅਰਜਨ ਦੇਵ ਜੀ ਨੂੰ ਅੱਗ ਖੁਦ ਕਹਿ ਰਹੀ ਹੈ, ਗੁਰੂ ਜੀ ਜੇ ਤੁਸੀਂ ਆਖੋ ਤੇ ਮੈਂ ਠੰਡੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨਹੀਂ, ਤੂੰ ਆਪਣਾ ਸੁਭਾਅ ਨਹੀਂ ਤਿਆਗਣਾ ਜੀ। ਜਦੋਂ ਮਹਾਰਾਜ ਉਬਲ ਦੀ ਦੇਗ ਵਿੱਚ ਬੈਠੇ ਆ, ਭਾਈ ਪਿਰਾਣਾ ਜੀ ਨੂੰ ਬਹੁਤਾ ਹੀ ਵੀਰ ਰਸ ਆਇਆ। ਭਾਈ ਪਿਰਾਣਾ ਜੀ ਮਹਾਰਾਜ ਜੀ ਦੇ ਕੋਲ ਗਏ ਆ, ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਤੁਸੀਂ ਨਾ ਬੈਠੋ, ਮੈਂ ਬਹਿ ਜਾਂਦਾ। ਮਹਾਰਾਜ ਜੀ ਨੇ ਆਖਿਆ ਭਾਈ ਪਿਰਾਣੇ ਨੂੰ, ਪਿਰਾਣਿਆ ਇਹ ਤਾਕਤ ਜਰ ਜਾ। ਭਾਈ ਪਿਰਾਣਾ ਕਹਿੰਦਾ ਮਹਾਰਾਜ ਤੁਸੀਂ ਆਖੋ, ਲਾਹੌਰ ਤੇ ਦਿੱਲੀ ਨੂੰ ਆਪਸ ਵਿੱਚ ਪੜ੍ਹਾ ਦਿਆਂ, ਮਹਾਰਾਜ ਖਤਮ ਕਰ ਦਿਆਂ। ਸੱਚੇ ਪਾਤਸ਼ਾਹ ਕਹਿੰਦੇ ਪਿਰਾਣਿਆ ਇਹ ਤਾਕਤ ਤੇਰੇ ਕੋਲੋਂ ਆਈ ਕਿੱਥੋਂ ਹੈ? ਭਾਈ ਪਿਰਾਣਾ ਜੀ ਕਹਿੰਦੇ ਸਤਿਗੁਰੂ ਤੁਹਾਡੀ ਸੇਵਾ ਕਰਕੇ ਮੇਰੇ ਕੋਲੇ ਤਾਕਤ ਆਈ ਹੈ। ਚੇਤਾ ਰੱਖਿਓ, ਬਿਨਾਂ ਕਾਮਨਾ ਦੇ ਸੇਵਾ ਜਿਹੜਾ ਕਰਦਾ ਹੈ ਨਾ ਬੰਦਾ, ਇਹ ਵੀ ਨਾ ਉਹਦੇ ਮਨ 'ਚ ਕਾਮਨਾ ਹੋਵੇ ਵੀ ਮੇਰੇ ਵਿੱਚ ਬਰਕਤਾਂ ਆਉਣ। ਬਿਨਾਂ ਕਾਮਨਾ ਦੇ ਜਿਹੜਾ ਸੇਵਾ ਕਰਦਾ ਉਹਦੇ ਵਿੱਚ ਬੜੀਆਂ ਬੜੀਆਂ ਬਰਕਤਾਂ ਆ ਜਾਂਦੀਆਂ ਜੀ। ਮੈਂ ਖੁਦ ਵੇਖਿਆ ਜੀ, ਖੁਦ ਵੇਖਿਆ ਜਿਨ੍ਹਾਂ ਨੇ ਪ੍ਰੇਮ ਨਾਲ ਸੇਵਾ ਕੀਤੀ। ਕਾਰ ਸੇਵਾ ਦੇ ਵਿੱਚ ਕਈ ਐਸੇ ਗੁਰਮੁਖ ਪਿਆਰੇ ਹੋਏ ਨੇ ਜਿਨ੍ਹਾਂ ਨੇ ਪ੍ਰੇਮ ਨਾਲ ਦਿਨ ਰਾਤ ਬਿਨਾਂ ਕਿਸੇ ਨੂੰ ਕਵਾਏ ਬੁਲਾਏ ਸੇਵਾ ਕੀਤੀ। ਜੋ ਮੁਖੋਂ ਬੋਲ ਦਿੰਦੇ ਸੀ ਤਤਕਾਲ ਸਫਲਾ ਹੋ ਜਾਂਦਾ ਸੀਗਾ ਜੀ। ਪ੍ਰੇਮ ਨਾਲ ਕਹੋ ਸਾਰੇ ਸ੍ਰੀ ਵਾਹਿਗੁਰੂ। ਰੱਬ ਦੇ ਨਾਮ ਦੀ ਤਾਕਤ, ਰੱਬ ਦੇ ਨਾਮ ਦੀ ਬਖਸ਼ਿਸ਼, ਰੱਬ ਦੇ ਨਾਮ ਦੀ ਕਿਰਪਾ ਵਰਤਦੀ ਹੈ। ਭਾਈ ਪਿਰਾਣਾ ਜੀ ਕਹਿੰਦੇ ਮਹਾਰਾਜ ਤੁਹਾਡੀ ਸੇਵਾ ਕਰਕੇ। ਮਹਾਰਾਜ ਕਹਿੰਦੇ ਫਿਰ ਪੁਰਾਣਿਆਂ ਸਾਡੇ ਵਿੱਚ ਤਾਕਤ ਨਹੀਂ ਹੈਗੀ। ਜਰਜਾ ਕਹਿਣ ਲੱਗੇ, ਸਿੱਖ ਸਾਹਮਣੇ ਬੈਠੇ ਤਰਾਹੀ ਮਾਮ ਕਰਦੇ, ਚੀਕਾਂ ਮਾਰਦੇ, ਪਰ ਗੁਰੂ ਜੀ ਵੱਲੋਂ ਹੁਕਮ ਹੀ ਨਹੀਂ ਉਹਨਾਂ ਨੂੰ ਹੈਗਾ ਵੀ ਤੁਸੀਂ ਕੁਝ ਕਰਨਾ ਹੈ। ਉਸ ਦਿਨ ਲੰਮਾ ਸਮਾਂ ਗੁਰੂ ਜੀ ਦੇਗ ਵਿੱਚ ਬੈਠ ਕੇ ਉਬਾਲੇ ਖਾਂਦੇ ਰਹੇ ਜੀ। ਲੰਮੇ ਸਮੇਂ ਬਾਅਦ ਜਦੋਂ ਬਾਹਰ ਆਏ ਆ, ਤੁਸੀਂ ਸੰਗਤ ਜੀ ਸੁਣਿਆ, ਮਹਾਰਾਜ ਜੀ ਦੇ ਸਰੀਰ ਦਾ ਮਾਸ ਬਹੁਤਾ ਜਿਹੜਾ ਸੀ ਉਹ ਗਾਲੀ ਚੁੱਕਿਆ ਸੀਗਾ ਜੀ। ਆਲੂ ਸਖਤ ਹੁੰਦਾ ਹੈ, ਸਬਜ਼ੀਆਂ ਸਖਤ ਹੁੰਦੀਆਂ ਨੇ, ਉਬਲਦੇ ਪਾਣੀ ਵਿੱਚ ਪਾ ਦਿਓ ਜੋ ਬਿਲਕੁਲ ਨਰਮ ਹੋ ਜਾਂਦੀਆਂ ਜੀ। ਤੇ ਸਰੀਰ ਦਾ ਕੀ ਬਣਿਆ ਹੋਏਗਾ ਇਹ ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਸੋਚ ਕੇ ਹੀ ਮਨ ਜਿਹੜਾ ਉਹ ਦਹਿਕ ਜਾਂਦਾ। ਸਾਧ ਸੰਗਤ ਜੀ, ਬੜੀ ਬੜੀ ਸਖਤ ਚੀਜ਼ ਹੋਵੇ, ਉਬਲਦੇ ਪਾਣੀ 'ਚ ਪਾ ਦਿਓ, ਨਰਮ ਹੋ ਜਾਏਗੀ ਜੀ, ਬਿਲਕੁਲ ਨਰਮ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਮਾਸ ਨਰਮ ਹੋ ਗਿਆ, ਛਾਲੇ ਪੈ ਗਏ, ਬੁਰੇ ਹਾਲ। ਸੰਗਤ ਜੀ, ਮਹਾਰਾਜ ਇੱਕ ਰਸ ਬੈਠੇ, ਉਹ ਫਿਰ ਰਾਤ ਨੂੰ ਚੰਦੂ ਦੀ ਨਹੁੰ ਸੱਚੇ ਪਾਤਸ਼ਾਹ ਜੀ ਦੇ ਕੋਲ ਆਈ ਜੀ। ਲਾਲਚ ਦਿੱਤਾ ਸਿਪਾਹੀਆਂ ਨੂੰ, ਮਹਾਰਾਜ ਜੀ ਦੇ ਕੋਲ ਆਈ, ਦਰਸ਼ਨ ਕੀਤੇ, ਬੜਾ ਰੋਈ ਜੀ ਉਹ। ਮੈਂ ਕੱਲ ਵੀ ਬੇਨਤੀ ਕੀਤੀ ਸੰਗਤ ਜੀ, 75% ਸਰੀਰ ਗੁਰੂ ਜੀ ਦਾ ਜਿਹੜਾ ਸੀਗਾ, ਅੰਗਰੇਜ਼ੀ 'ਚ ਜਿਹਨੂੰ ਆਪਾਂ ਕਹਿੰਦੇ ਨਾ ਡੈਮੇਜ ਹੋ ਜਾਣਾ, 75% ਸਰੀਰ ਡੈਮੇਜ ਹੋ ਗਿਆ ਸੀਗਾ ਜੀ। ਬੜਾ ਔਖਾ ਕੰਮ ਸੀਗਾ ਜੀ, ਪਰ ਇਹ ਗੁਰੂ ਜੀ ਨੇ ਚੱਲ ਗਏ। ਸੰਸਾਰ ਦਾ ਦੂਜਾ ਬੰਦਾ ਨਹੀਂ ਚੱਲ ਸਕਦਾ ਜੀ। ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੀ ਨਹੁੰ ਨੂੰ ਕਹਿਣ ਲੱਗੇ, ਬੇਟਾ ਜਲ ਪਾਣੀ ਨਹੀਂ ਅਸੀਂ ਇਸ ਦੁਸ਼ਟ ਦੇ ਘਰ ਦਾ ਛਕਣਾ, ਤੂੰ ਜਾ ਕੇ ਭਜਨ ਕਰ, ਜਦੋਂ ਜਾਵਾਂਗੇ ਤੈਨੂੰ ਨਾਲ ਹੀ ਲੈ ਕੇ ਜਾਵਾਂਗੇ। ਸੰਗਤ ਜੀ, ਉਹਨੇ ਵੀ ਮਰਨਾ ਚੰਗਾ ਸਮਝਿਆ ਦੁਸ਼ਟ ਦੇ ਘਰ ਵਿੱਚ ਰਹਿਣ ਨਾਲੋਂ ਜੀ। ਕੁਝ ਸਮਾਂ ਸਤਿਗੁਰੂ ਜੀ ਦੇ ਕੋਲ ਬੈਠੀ ਰਹੀ, ਫਿਰ ਉਹ ਆਪਣੇ ਘਰ ਨੂੰ ਚਲੇ ਗਈ। ਮੇਰੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਰਸ ਬੈਠੇ ਆ, ਸ਼ਾਂਤ ਬੈਠੇ ਆ। ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਸੰਗਤ ਦੀ ਹੁਣ ਆਪਾਂ ਸਰਵਣ ਕਰਨੀ ਹੈ।
ਧਰੋ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੀਤ ਜਾਮਨੀ ਸੋ ਤਬ ਗਈ। ਉਹ ਰਾਤ ਵੀ ਜਿਹੜੀ ਹੈ ਉਹ ਲੰਘ ਗਈ ਜੀ। ਸਿੱਖ ਸਾਹਮਣੇ ਬੱਜੇ ਬੈਠੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਛਾਲਿਆਂ ਨਾਲ ਭਰਿਆ ਹੋਇਆ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਇੱਕ ਪਾਸੇ ਬੈਠੇ ਆ। ਹਾਂਜੀ। ਬੈਠੇ ਗੁਰ ਪ੍ਰਭਾਤ ਤਬ ਭਈ। ਲੰਮੇ ਤਾਂ ਪੈਣਾ ਹੀ ਨਹੀਂ ਸੀ ਮਹਾਰਾਜ ਨੇ। ਫਿਰ ਵੇਖੋ, ਮੈਂ ਇਹ ਵੀ ਬੇਨਤੀ ਕਰਾਂ, ਕਿਤੇ ਉਸ ਸਮੇਂ ਵਿੱਚ ਜਾਣ ਦਾ ਯਤਨ ਕਰੋ। ਇੱਕ ਵਾਰੀ ਮਨ ਬੰਦੇ ਦਾ ਦਹਿਕ ਜਾਂਦਾ ਹੈ, ਸੱਚੀ ਗੱਲ ਹੈ। ਇਹੋ ਜਿਹਾ ਹਾਲ ਹੋਵੇ, ਸਰੀਰ ਉਬਲ ਹੀ ਗਿਆ ਹੋਵੇ, ਬੰਦਾ ਕੋਸ਼ਿਸ਼ ਕਰਦਾ ਮੈਂ ਲੰਮੇ ਪਵਾਂ। ਮਾੜਾ ਜਿਹਾ ਬੁਖਾਰ ਹੀ ਚੜ੍ਹ ਜੇ, ਅਸੀਂ ਲੰਮੇ ਪੈ ਜਾਂਦੇ ਹਾਂ। ਕਿਉਂ? ਲੰਮੇ ਪਿਆ ਸਰੀਰ ਨੂੰ ਆਰਾਮ ਮਹਿਸੂਸ ਹੁੰਦਾ ਹੈ ਜੀ। ਇਹੋ ਜਿਹਾ ਹਾਲ ਹੈ, ਇਹੋ ਜਿਹਾ। ਤੇ ਤੁਸੀਂ ਸੁਣਿਆ ਸੰਗਤ ਜੀ, ਮਹਾਰਾਜ ਗਰੀਬ ਨਵਾਜ ਲੰਮੇ ਨਹੀਂ ਪਏ, ਚੌਂਕੜੀ ਮਾਰ ਕੇ ਬੈਠੇ ਆ ਜੀ। ਹਾਂਜੀ। ਦੁਸ਼ਟ ਚੰਦੂ ਵਿਚਾਰਤ ਮਨ ਮੈਂ। ਦਿਨ ਚੜ ਗਿਆ, ਦੁਸ਼ਟ ਚੰਦੂ ਆਪਣੇ ਘਰ ਵਿੱਚ ਬੈਠਾ ਸੋਚ ਰਿਹਾ, ਅਗਨ ਤਾਪ ਤੇ ਪੀਰ ਨਾ ਤਨ ਮੈਂ। ਕਹਿੰਦਾ ਬੜੀ ਹੈਰਾਨੀ ਦੀ ਗੱਲ ਹੈ ਵੀ ਉਬਲਦੇ ਪਾਣੀ 'ਚ ਬੈਠੇ, ਕੋਈ ਚੀਕ ਨਹੀਂ ਮਾਰੀ, ਕੋਈ ਹਾਏ ਨਹੀਂ ਕੀਤੀ ਇਹਨਾਂ ਨੇ। ਤਰਾਸ ਪਾਏ ਨਹਿਮਾਨੀ ਬਾਤ। ਡਰਦੇ ਵੀ ਨਹੀਂ ਮੇਰੇ ਕੋਲੋਂ, ਮੇਰੀ ਗੱਲ ਵੀ ਨਹੀਂ ਮੰਨੀ। ਨਹਿ ਜਾਣਤ ਮੇਰੋ ਹੋਏ ਘਾਤ। ਦੁਸ਼ਟ ਨੇ ਆਪਣੇ ਮਨ 'ਚ ਪੁੱਠੀਆਂ ਹੀ ਗੱਲਾਂ ਸੋਚਣੀਆਂ ਸੀ, ਉਹ ਪੁੱਠੀਆਂ ਹੀ ਗੱਲਾਂ ਸੋਚਣ ਦਿਆ। ਕਹਿੰਦਾ ਇਹ ਵੀ ਨਹੀਂ ਸੋਚਦੇ ਵੀ ਮੌਤ ਵੀ ਹੋ ਸਕਦੀ ਹੈ। ਹਾਂਜੀ। ਤਪਤ ਬਾਰ ਕੀ ਲੱਗੀ ਨਾ ਕੋ। ਹਾਂਜੀ। ਬਾਰੂ ਤਪਤ ਲਗਾਏ ਵਸੋ। ਤੇ ਸੰਗਤ ਜੀ, ਭਜਨ ਕਰਨ ਵਾਲਾ ਹਿਰਦਾ ਹੋਵੇ, ਚੰਗਾ ਮਨ ਹੋਵੇ, ਉਹ ਚੰਗੀਆਂ ਗੱਲਾਂ ਸੋਚੇਗਾ ਜੀ। ਮਾੜੇ ਮਨ ਨੇ ਸਦਾ ਮਾੜੀਆਂ ਹੀ ਗੱਲਾਂ ਸੋਚਣੀਆਂ ਜੀ। ਇਹਨੇ ਦੁਸ਼ਟ ਨੇ ਕੀ ਸੋਚਿਆ ਕਿ ਜੇ ਕੋਈ ਨਹੀਂ, ਗਰਮ ਪਾਣੀ ਦਾ ਅਸਰ ਨਹੀਂ ਹੋਇਆ ਤੇ ਗਰਮ ਰੇਤ ਪਾਉਣਾ। ਹਾਂਜੀ। ਇਮ ਚਿਤਵਤ ਹੀ ਖਾਏ ਆਹਾਰਾ। ਦੁਸ਼ਟ ਪ੍ਰਸ਼ਾਦਾ ਛਕ ਰਿਹਾ ਤੇ ਇਹੋ ਹੀ ਗੱਲਾਂ ਸੋਚ ਰਿਹਾ ਜੀ, ਇਹੋ ਹੀ ਗੱਲਾਂ ਸੋਚ ਰਿਹਾ। ਹਾਂਜੀ। ਆਏ ਪਾਤਕੀ ਵੱਡ ਹਤਿਆਰਾ। ਫਿਰ ਪਾਪੀ ਵੱਡਾ ਹਥਿਆਰਾ ਦੁਸ਼ਟ ਚੰਦੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਜੀ। ਪੌਰ ਬਿਖੈ ਸਿੱਖਨ ਕੋ ਹੇਰਾ। ਦਿਉੜੀ ਵਿੱਚ ਪੰਜੇ ਹੀ ਗੁਰਸਿੱਖ ਬ੍ਰਹਮ ਗਿਆਨੀ ਬੈਠੇ ਐ। ਠਾਂਡਾ ਰਹਿ ਹੋਏ ਕਹਿਓ ਤਿਸ ਬੇਰਾ। ਦੁਸ਼ਟ ਉੱਥੇ ਖਲੋ ਗਿਆ ਜੀ, ਤੇ ਖਲੋ ਕੇ ਅੱਗੋਂ ਇਸ ਤਰ੍ਹਾਂ ਕਹਿਣ ਲੱਗਾ, ਇਹ ਸਿੱਖ ਰੰਕ ਕਹਿਤ ਕਿਆ ਕਾਲੀ। ਕਹਿੰਦਾ ਇਹ ਗਰੀਬ ਜੇ ਸਿੱਖ ਕੱਲ ਕੀ ਕਹਿੰਦੇ ਸੀਗੇ, ਕਰੋ ਤਾੜਨਾ ਇਨਹਿ ਵਿਸ਼ਾਲੀ। ਇਹਨੇ ਸੁਣੀਆਂ ਸੀ ਨਾ ਗੱਲਾਂ, ਇਹ ਵੀ ਉੱਥੇ ਹੀ ਸੀਗਾ ਜਦੋਂ ਭਾਈ ਪੈੜਾ ਜੀ ਨੇ ਕਿਹਾ ਸੀ ਵੀ ਦਿੱਲੀ ਤੇ ਲਾਹੌਰ ਨੂੰ ਟਕਰਾ ਦਿਆਂ। ਆਪਣੇ ਸਿਪਾਹੀਆਂ ਨੂੰ ਕਹਿੰਦਾ ਇਹਨਾਂ ਨੂੰ ਸੋਟੇ ਮਾਰੋ, ਇਹਨਾਂ ਦੀ ਤਾੜਨਾ ਕਰੋ। ਹਾਂਜੀ। ਡਰ ਪਾਵਤ ਮੋਹਿ ਅਚਰਜ ਦੇਬਾ। ਛੁਟਬੇ ਕਾਰਨ ਕਰਤ ਫਰੇਬਾ। ਕਹਿਣ ਲੱਗਾ ਛੁੱਟਣਾ ਚਾਹੁੰਦੇ ਆ ਪਰ ਇਹਨਾਂ ਨੂੰ ਡਰਾਓ, ਇਹ ਮੈਨੂੰ ਧੋਖਾ ਦੇਣਗੇ। ਇਹੋ ਜਿਹੀਆਂ ਗੱਲਾਂ ਦੁਸ਼ਟ ਪਾਪੀ ਬੋਲਦਾ, ਹੰਕਾਰੀ ਬੋਲੀ। ਹੰਕਾਰ ਵਾਲੇ ਬੰਦੇ ਦੀ ਬੋਲੀ ਦਾ ਪਤਾ ਲੱਗ ਜਾਂਦਾ ਜੀ। ਹਾਂਜੀ। ਮੁਸ਼ਕਲ ਮੁਝ ਤੇ ਹੋਣ ਖਲਾਸੀ। ਦੁਸ਼ਟ ਸਿੱਖਾਂ ਨੂੰ ਕਹਿੰਦਾ ਤੁਸੀਂ ਮੇਰੇ ਕੋਲੋਂ ਛੁੱਟ ਨਹੀਂ ਸਕਦੇ। ਮਨ ਹੈ ਜੇ ਨਹਿ ਤਾਓ ਦੇ ਫਾਸੀ। ਕਹਿੰਦਾ ਸਾਰਿਆਂ ਨੂੰ ਹੀ ਫਾਂਸੀ ਚਾੜ ਦਿਆਂਗਾ, ਸਾਰਿਆਂ ਨੂੰ ਹੀ ਜੀ। ਹਾਂਜੀ। ਇਨ ਜੈਸਨ ਤੇ ਸੁਨਗਰ ਬਾਇਓ। ਸਿਪਾਹੀਆਂ ਨੂੰ ਕਹਿੰਦਾ ਇਹ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ, ਤਾਂ ਉਹ ਇਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਮਾਣ ਹੰਕਾਰ ਆ ਗਿਆ। ਨਹੀਂ ਮੋਹ ਕਉ ਮਨ ਮਹਿ ਲਿਆਇਓ। ਹਾਂਜੀ। ਇਮ ਕਹਿ ਸੋਟੇ ਕੁਛ ਮਰਵਾਏ। ਇਹ ਕਹਿ ਕੇ ਦੁਸ਼ਟ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਤੇ ਸਿਪਾਹੀਆਂ ਨੇ ਗੁਰਸਿੱਖਾਂ ਨੂੰ ਸੋਟੇ ਮਾਰੇ ਜੀ। ਉੱਥੇ ਜੀ ਵੱਜੇ ਸਰੀਰ ਨੇ ਜੀ, ਸੋਟੇ ਮਾਰਦੇ ਸਿਪਾਹੀ ਜੀ। ਰਹੇ ਮੌਨ ਗੁਰ ਤੇ ਡਰ ਪਾਏ। ਚਾਹੁੰਦੇ ਤੇ ਬਾਬਾ ਬਿਧੀ ਚੰਦ ਜੀ ਹੋਰ ਸਿੱਖ ਇੰਨੀਆਂ ਵੱਡੀਆਂ ਸ਼ਕਤੀਆਂ ਵਾਲੇ ਨੇ, ਬੰਦੇ ਵੱਲ ਵੇਖ ਹੀ ਲੈਣ ਜੀ, ਸੋਟੇ ਵਾਲੇ ਵੱਲ ਜੀ, ਉਹਨੂੰ ਪੱਥਰ ਦਾ ਬਣਾ ਦੇਣ ਜੀ ਬੰਦੇ ਨੂੰ। ਪਰ ਮਹਾਰਾਜ ਤੋਂ ਡਰ ਲੱਗਦਾ ਉਹਨਾਂ ਨੂੰ। ਮਹਾਰਾਜ ਨੇ ਕਿਹਾ ਸੀ ਕੋਈ ਕਰਾਮਾਤ ਨਹੀਂ ਕਰਨੀ,
ਸੋਟੇ ਖਾਂਦੇ ਰਹੇ ਗੁਰੂ ਜੀ ਦੇ ਪਿਆਰ ਵਿੱਚ। ਹਾਂਜੀ, ਨਹੀਂ ਸ਼ਕਤ ਕਿਨ ਕੀਨ ਦਿਖਾਵਨ, ਕਿਸੇ ਨੇ ਵੀ ਸ਼ਕਤੀ ਨਹੀਂ ਵਿਖਾਈ ਉੱਥੇ ਜੀ। ਬੈਠ ਰਹੇ ਕਰ ਮਨ ਮੁਰਝਾਵਨ, ਮਨ ਮੁਰਝਾਏ ਆ, ਕਿਉਂ ਸਾਹਮਣੇ ਇੰਨੀ ਵੱਡੀ ਬੇਅਦਬੀ ਹੋ ਰਹੀ ਹੈ, ਪਰ ਚੁੱਪ ਕਰਕੇ ਬੈਠੇ ਰਹੇ ਜੀ। ਪੁੰਨ ਗਮਨਿਓ ਸਤਿਗੁਰ ਕੇ ਪਾਸ, ਫਿਰ ਦੁਸ਼ਟ ਚੰਦੂ ਸਿੱਖਾਂ ਨੂੰ ਸੋਟੇ ਮਰਵਾ ਕੇ ਸਤਿਗੁਰੂ ਜੀ ਦੇ ਕੋਲ ਆਇਆ ਜੀ। ਕਹੈ ਕੁਬਾਕ ਉਪਾਵੈ ਤਰਾਸ, ਮਾੜੇ ਬੋਲ ਬੋਲਦਾ ਵੀ ਗੁਰੂ ਜੀ ਡਰ ਜਾਣ। ਹਾਂਜੀ, ਕੁਕਰ ਕਹਿਬੇ ਕੋ ਫਲ ਜੋਈ, ਬਸ ਇੱਕ ਗੱਲ ਛੱਡਦਾ ਹੀ ਨਹੀਂ ਜੀ। ਢੀਠ ਬੰਦਾ ਗੱਲ ਛੱਡੇਗਾ ਹੀ ਨਹੀਂ ਜੀ। ਕਹਿੰਦਾ ਜੀ ਤਾਂ ਤੁਸੀਂ ਕੁੱਤਾ ਆਖਿਆ ਸੀਗਾ। ਹਾਂਜੀ, ਲਹਿਓ ਕਿ ਨਹੀਂ ਬਤਾਵੋ ਸੋਈ, ਕਹਿੰਦਾ ਦੱਸੋ ਫਿਰ ਫਲ ਮਿਲਿਆ ਕਿ ਨਹੀਂ ਮਿਲਿਆ। ਮਹਾਰਾਜ ਬਖਸ਼ੀ ਲੈਣ ਸੰਗਤ ਜੀ, ਮੈਂ ਤਾਈਓ ਹੀ ਇਹ ਕਥਾ ਕਰਨ ਤੋਂ ਡਰਦਾ ਜੀ। ਇਹੋ ਜਿਹੇ ਦੁਸ਼ਟਾਂ ਦੀ ਬੋਲੀ ਬੋਲਣੀ ਪੈਂਦੀ ਹੈ ਜੀ। ਹਾਂਜੀ, ਅਬ ਲਓ ਕਹਾਂ ਸਾਸ ਨਾ ਬਣੀ, ਦੇਖੋ ਆਜ ਹੋਏ ਜਿਮਕਨੀ। ਦੁਸ਼ਟ ਕਹਿੰਦਾ ਹੈ ਅੱਜ ਹੋਰ ਸਾਸ ਨਾ ਦਿੱਤੀ ਜਾਏਗੀ, ਹੋਰ ਤੁਹਾਨੂੰ ਤਸੀਹਾ ਦਿੱਤਾ ਜਾਏਗਾ। ਹੋਤ ਨਹੀਂ ਮੈਂ ਮਿਥਿਆ ਬਾਦੀ, ਦਉ ਅਤ ਗਮੀ ਕੇ ਦਉ ਅਬਸ਼ਾਦੀ। ਤੇ ਆਪਣੀਆਂ ਹੀ ਤਾਰੀਫਾਂ ਕਰੀ ਜਾਂਦਾ ਹੈ, ਗੁਰੂ ਸਾਹਿਬ ਨੂੰ ਮਾੜਾ ਬੋਲਣ ਦਿਆ। ਜਿਸ ਧਨ ਕੋ ਠਾਨਤ ਹੰਕਾਰ, ਸੋ ਸਭ ਜਪਤ ਘਰੋਂ ਘਰ ਬਾਰ। ਕਹਿਣ ਲੱਗਾ ਮਾਇਆ ਦਾ ਹੰਕਾਰ ਹੈ ਨਾ, ਉਹ ਮੈਂ ਜ਼ਬਤ ਕਰ ਲੈਣੀ ਹੈ, ਦਰਬਾਰ ਸਾਹਿਬ ਤੇ ਵੀ ਕਬਜ਼ਾ ਕਰ ਲੈਣਾ। ਕਹਿਣ ਲੱਗਾ ਹਾਂਜੀ, ਪ੍ਰਥਮ ਕਰੋ ਤੇਰੋ ਤਨ ਕਾਏ, ਪੁੰਨ ਗਹਿਵਾਏ ਲਿਹੋ ਤੁਵਤਾਤ। ਪੜ੍ਹ ਦਿਓ, ਨਾਤਾ ਮਾਨੈ ਕਰੋ ਖਲਾਸੀ, ਨਾਹੇ ਤਾਂ ਹਤੋਂ ਘਾਲ ਗੁਰ ਫਾਂਸੀ। ਬਾ ਉਹੋ ਹੀ ਪਾਗਲ ਬੰਦਾ ਗੁਰੂ ਜੀ ਦੇ ਸਾਹਮਣੇ ਬਹਿ ਕੇ ਪੁੱਠੀਆਂ ਹੀ ਗੱਲਾਂ ਬੋਲਦਾ, ਬਹੁਤ ਮਾੜਾ ਬੋਲਣ ਦਿਆ ਜੀ। ਤਬ ਪ੍ਰਾਪਤ ਹੋਏ ਮਨ ਚਿਤ ਸ਼ਾਂਤੀ, ਵਿਦਵਾ ਲਖੋਂ ਸੁਤਾ ਪਛਾਤੀ। ਇੱਥੋਂ ਤੱਕ ਕਹਿੰਦਾ ਤੁਹਾਡੇ ਪੁੱਤਰ ਨੂੰ ਮਰਵਾ ਕੇ ਆਪਣੀ ਧੀ ਨੂੰ ਵਿਧਵਾ ਘੋਸ਼ਿਤ ਕਰ ਦਿਆਂਗਾ, ਫਿਰ ਸ਼ਾਂਤੀ ਆਏਗੀ। ਹਾਂਜੀ, ਇਮ ਕਹਿ ਭਾਠ ਬਿਖੈ ਤੇ ਬਾਰੂ, ਮੰਗਵਾਇਸ ਤੇ ਕਰੈ ਨਿਹਾਰੂ। ਇਹ ਕਹਿ ਕੇ ਦੁਸ਼ਟ ਨੇ ਰੇਤਾ ਗਰਮ ਕਰਾਇਆ ਜੀ। ਇਹ ਤਸੀਹਾ ਕਿਉਂ ਦਿੱਤਾ ਗਿਆ, ਮੈਂ ਤੁਹਾਨੂੰ ਬੇਨਤੀ ਕਰਾਂ। ਕੱਲ ਮਹਾਰਾਜ ਜੀ ਦਾ ਸਰੀਰ ਜਿਹੜਾ ਸੀ ਉਹ ਛਾਲੇ ਛਾਲੇ ਹੋਇਆ ਪਿਆ ਸੀਗਾ, ਤੇ ਛਾਲੇ ਛਾਲੇ ਸਰੀਰ ਦੇ ਉੱਤੇ ਜਦੋਂ ਗਰਮ ਗਰਮ ਰੇਤਾ ਪਾਇਆ ਜਾਣਾ ਸੀ ਨਾ, ਉਹ ਹੋਰ ਜ਼ਿਆਦਾ ਦੁੱਖ ਹੋਣਾ ਸੀਗਾ ਜੀ। ਪਠਿਆਰੇ ਨੂੰ ਸੱਦਿਆ ਜੀ, ਉਹਦੇ ਕੋਲ ਰੇਤ ਗਰਮ ਕਰਾਈ, ਤੇ ਜਦੋਂ ਉਹਨੂੰ ਆਖਿਆ ਨਾ ਗੁਰੂ ਜੀ ਉੱਤੇ ਰੇਤ ਪਾਉਣੀ ਹੈ, ਉਹਨੇ ਨਾ ਕਰ ਦਿੱਤੀ ਵੀ ਮੈਂ ਰੇਤ ਨਹੀਂ ਪਾਉਣੀ। ਇਹ ਅੱਗੋਂ ਕਹਿਣ ਲੱਗਾ ਵੀ ਜੇ ਤੂੰ ਰੇਤ ਕਿਉਂ ਨਹੀਂ ਪਾਉਣੀ। ਉਹ ਕਹਿੰਦਾ ਉਹ ਏਡੇ ਵੱਡੇ ਗੁਰੂ ਜੀ ਨੇ। ਕਹਿੰਦਾ ਜੇ ਤੂੰ ਰੇਤ ਨਾ ਪਾਈ ਤੇ ਤੇਰਾ ਟੱਬਰ ਮਰਵਾ ਦਿਆਂਗਾ। ਉਹਨੂੰ ਵਿਚਾਰੇ ਨੂੰ ਆਪਣਾ ਟੱਬਰ ਬਚਾਉਣ ਦੀ ਖਾਤਰ ਪਿਆਰਿਓ ਉਹਨੇ ਇਹ ਕਰਮ ਕੀਤਾ ਜੀ, ਰੇਤ ਪਾਈ ਜੀ। ਪਹਿਲਾਂ ਰੇਤ ਗਰਮ ਕਰਵਾਈ ਇਹਨੇ ਜੀ। ਹਾਂਜੀ, ਤਪਤ ਕਰਨ ਕੀ ਆਇਸ ਦਈ, ਬਹੁ ਸਮਧਾ ਉਪਰ ਤਿਸ ਪਈ। ਲੱਕੜਾਂ ਬਾਲ ਕੇ ਵੱਡਾ ਕੜਾਇਆ ਰੱਖ ਕੇ ਚੰਗੀ ਤਰ੍ਹਾਂ ਰੇਤ ਨੂੰ ਲਾਲ ਕੀਤਾ ਦੁਸ਼ਟ ਨੇ ਜੀ। ਦੇ ਆਂਚ ਤਪਤ ਕਰਵਾਇਓ, ਪੂਰਾ ਅੱਗ ਬਾਲ ਬਾਲ ਕੇ ਰੇਤਾ ਗਰਮ ਕੀਤਾ ਗਿਆ ਜੀ। ਅਗਨ ਸਮਾਨ ਤੇਜ ਪ੍ਰਿਸ਼ਵਾਇਓ, ਐ ਸੂਰਜ ਵਰਗੂ ਜਿਵੇਂ ਸੂਰਜ ਤਪਦਾ ਹੈ ਨਾ, ਰੇਤ ਜਿਹੜੀ ਉਹ ਗਰਮ ਕੀਤੀ ਗਈ ਜੀ। ਹਾਂਜੀ, ਇੱਕ ਜੇਸ਼ਟ ਕੀ ਰੁੱਤ ਅਤ ਘਾਮ। ਕਵੀ ਸੰਤੋਖ ਸਿੰਘ ਕਹਿੰਦੇ ਪਿਆਰਿਓ, ਇੱਕ ਜੇਠ ਦੀ ਰੁੱਤ ਹੈ ਜੀ। ਜੇਠ ਦਾ ਮਹੀਨਾ ਚੱਲ ਰਿਹਾ, ਜੇਠ ਦਾ ਮਹੀਨਾ ਬਹੁਤ ਗਰਮ ਹੈਗਾ ਜੀ। ਹਾਂਜੀ, ਮਹਾ ਤਪਤ ਤੇ ਤਪੈ ਤਮਾਮ। ਉੱਤੋਂ ਜਿੱਥੇ ਗਰਮੀ ਬੜੀ ਹੈ, ਗਰਮੀ ਕਰਕੇ ਹਰ ਵਸਤੂ ਵੈਸੇ ਹੀ ਤਪ ਰਹੀ ਹੈ ਜੀ। ਹਾਂਜੀ, ਲੋਵਾਂ ਚੱਲਹਿ ਸਹੀ ਨਹਿ ਜਾਹੇ। ਇੰਨੀ ਜ਼ਿਆਦਾ ਗਰਮੀ ਹੈ, ਲੋਆਂ ਚੱਲਦੀਆਂ ਨੇ ਤੇ ਪਿਆਰਿਓ ਸਹੀਆਂ ਨਹੀਂ ਜਾਂਦੀਆਂ। ਗਰਮ ਹਵਾ ਚੱਲਦੀ ਹੈ, ਬੰਦਾ ਉਸ ਗਰਮ ਹਵਾ ਤੋਂ ਬਚਣ ਦਾ ਯਤਨ ਕਰਦਾ ਜੀ। ਹਾਂਜੀ, ਪੁੰਨ ਪਾਵਕ ਕੋ ਭਾ ਬਹੁਦਾਹੇ। ਫਿਰ ਉੱਤੋਂ ਲਾਗੇ ਅੱਗ ਬਲ ਰਹੀ ਹੈ ਜੀ, ਉਹਦੀ ਬੜੀ ਗਰਮੀ ਹੈ ਜੀ।
ਹਾਂਜੀ। ਜਿਸ ਦਿਨ ਤੇ ਪ੍ਰਵਿਸ਼ੇ ਗੁਣ ਖਾਨੀ, ਜਿਸ ਦਿਨ ਦੇ ਗੁਣਾਂ ਦੀ ਖਾਣ ਧੰਨ ਗੁਰੂ ਅਰਜਨ ਦੇਵ ਜੀ ਇਹਦੇ ਘਰ ਵਿੱਚ ਆ ਗਏ ਆ। ਅਚਿਓ ਨਾ ਭੋਜਨ ਪੀਓ ਨਾ ਪਾਣੀ, ਉੱਤੋਂ ਪਾਣੀ ਵੀ ਨਹੀਂ ਮਹਾਰਾਜ ਨੇ ਪੀਤਾ ਤੇ ਪ੍ਰਸ਼ਾਦਾ ਵੀ ਨਹੀਂ ਛਕਿਆ ਜੀ। ਹਾਂਜੀ। ਸਿਕਤਾ ਤਪਤ ਬਿਲੋਕਤ ਬੋਲਾ, ਤੇ ਗਰਮ ਰੇਤ ਵੇਖ ਕੇ ਦੁਸ਼ਟ ਪਾਪੀ ਗੁਰੂ ਜੀ ਨੂੰ ਕਹਿਣ ਲੱਗਾ, ਮਨੋ ਨਰਕ ਦਰ ਢਾਪਨ ਖੋਲਾ। ਗੱਜ ਕੇ ਆਖੋ। ਬੋਲਿਆ ਕੀ ਹੈ? ਕਹਿਣ ਲੱਗੇ ਮਾਨੋ ਨਰਕਾਂ ਦਾ ਦਰਵਾਜ਼ਾ ਹੀ ਖੋਲ ਲਿਆ ਇਹਨੇ ਜੀ। ਹਾਂਜੀ। ਲਿਆਵੋ ਵਹਿਰ ਦਿਖਾਏ ਬਿਠਾਵੋ, ਕਹਿੰਦਾ ਗੁਰੂ ਜੀ ਨੂੰ ਬਾਹਰ ਲਿਆ ਕੇ ਬਿਠਾ ਦਿਓ ਵਿਹੜੇ ਵਿੱਚ। ਨਹਿ ਜੇ ਕਰੈ ਤਰਾਸ ਉਪਜਾਵੋ, ਅਜੇ ਵੀ ਸਮਾਂ ਡਰਾਓ ਕਹਿਣ ਲੱਗਾ। ਤਬ ਸਤਿਗੁਰ ਉਠ ਬਾਹਰ ਆਏ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਮਾਸ ਗਲ ਚੁੱਕਾ ਹੈ, ਸੱਚੇ ਪਾਤਸ਼ਾਹ ਉੱਠ ਕੇ ਬਾਹਰ ਆਏ ਹਨ। ਧਰਨੀ ਧਰਨੀ ਧੀਰ ਸਿਖਾਏ, ਤੇ ਧਰਤੀ ਵਰਗਾ ਧੀਰਜ ਹੈ ਸੱਚੇ ਪਾਤਸ਼ਾਹ ਵਿੱਚ ਜੀ। ਉਹ ਮਹਾਰਾਜ ਵਿਖਾ ਰਹੇ ਵੀ ਜਿੰਨਾ ਧਰਤੀ 'ਚ ਧੀਰਜ ਹੁੰਦਾ ਹੈ ਨਾ, ਉਹ ਧੀਰਜ ਮਹਾਰਾਜ ਨੇ ਰੱਖਿਆ ਜੀ। ਧਰਤੀ ਨੂੰ ਕੋਈ ਖੋਦੇ, ਕੋਈ ਕੁਝ ਕਰੇ, ਧਰਤੀ ਕਿਸੇ ਨੂੰ ਨਹੀਂ ਕੁਛ ਕਹਿੰਦੀ ਜੀ। ਕਦੀ ਧਰਤੀ ਨੇ ਬੋਲ ਕੇ ਕਿਹਾ ਵੀ ਮੇਰੇ ਤੇ ਘਰ ਕਿਉਂ ਬਣਾ ਰਹੇ ਜੀ? ਮਹਾਰਾਜ ਵਿੱਚ ਵੀ ਧਰਤੀ ਜਿੰਨਾ ਵੱਡਾ ਧੀਰਜ ਹੈ। ਹਰਖ ਸ਼ੋਕ ਕੋ ਲੇਸ਼ ਨਾ ਹਿਰਦੇ, ਹਰਖ ਨਹੀਂ ਹੈ, ਸ਼ੋਕ ਵੀ ਨਹੀਂ ਹੈਗਾ, ਲੇਸ਼ ਮਾਤਰ ਵੀ ਨਹੀਂ ਹੈਗੇ ਜੀ। ਤਨ ਹੰਤਾ ਉਤਪਤ ਨਹਿ ਕਦੇ, ਮਹਾਰਾਜ ਗਰੀਬ ਨਵਾਜ ਜੀ ਦੇ ਸਰੀਰ, ਵਾਹਿਗੁਰੂ ਮਨ ਅੰਦਰ ਸਰੀਰ ਦਾ ਮਾਣ ਤੇ ਕਦੀ ਉਤਪੰਨ ਹੀ ਨਹੀਂ ਹੋਇਆ ਜੀ, ਪੈਦਾ ਹੀ ਨਹੀਂ ਹੋਇਆ ਜੀ। ਜਸ ਅਵਸਥਾ ਹੋਏ ਬ੍ਰਹਮ ਗਿਆਨੀ, ਜਿਵੇਂ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ ਨਾ ਸੰਗਤ ਦੀ, ਬ੍ਰਹਮ ਗਿਆਨੀ ਦੀ ਅਵਸਥਾ ਬਾਣੀ 'ਚ ਲਿਖਿਆ ਗੁਰੂ ਅਰਜਨ ਸਾਹਿਬ ਨੇ ਆਪ ਹੀ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਜਿਵੇਂ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਜਿਉਂ ਬਸੁਦਾ ਕੋਊ ਖੋਦੈ ਕੋਊ ਚੰਦਨ ਲੇਪ, ਇਹੋ ਜਿਹਾ ਧੀਰਜ ਬ੍ਰਹਮ ਗਿਆਨੀ ਅੰਦਰ ਹੁੰਦਾ ਜੀ। ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਗੁਰੂ ਅਰਜਨ ਦੇਵ ਜੀ ਨੇ ਕੱਲੇ ਉਚਾਰੀ ਹੀ ਨਹੀਂ ਹੈ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਹਦੇ ਅਰਥ ਕਰਕੇ ਵਿਖਾ ਰਹੇ ਨੇ ਜੀ। ਹਾਂਜੀ। ਜਗ ਮਹਿ ਜਨ ਜਨਾਏ ਬਿਦਮਾਨੀ, ਮਹਾਰਾਜ ਦੱਸ ਰਹੇ ਨੇ ਵੀ ਬ੍ਰਹਮ ਗਿਆਨੀ ਕੀ ਹੁੰਦਾ ਹੈ ਜੀ, ਬ੍ਰਹਮ ਗਿਆਨੀ ਦੀ ਅਵਸਥਾ ਕੀ ਹੁੰਦੀ ਹੈ, ਇਹ ਸੱਚੇ ਪਾਤਸ਼ਾਹ ਵਿਖਾ ਰਹੇ ਨੇ ਸਾਰਿਆਂ ਨੂੰ ਜੀ। ਭੂਖ ਨਾ ਪਿਆਸ ਨਾ ਮੁਖ ਮੁਰਝਾਇਆ, ਨਾ ਕਿਤੇ ਭੁੱਖ ਹੈ ਜੀ, ਨਾ ਪਿਆਸ ਹੈ ਤੇ ਨਾ ਮੁਖ ਮੁਰਝਾਇਆ ਜੀ। ਚੇਤਾ ਰੱਖਿਓ, ਇੰਨਾ ਕੁਝ ਹੋ ਗਿਆ, ਥੋੜੀ ਜਿਹੀ ਛੋਟੀ ਜਿਹੀ ਬੰਦਾ ਆਪਣੇ ਉਲਟ ਗੱਲ ਸੁਣ ਲੈ ਨਾ, ਰੰਗ ਉੱਡ ਜਾਂਦੇ ਚਿਹਰੇ ਦੇ ਜੀ। ਇੰਨਾ ਕੁਝ ਹੋ ਰਿਹਾ ਤੇ ਮਹਾਰਾਜ ਦਾ ਮੁਖ ਫਿਰ ਵੀ ਖਿੜਿਆ ਹੀ ਹੋਇਆ ਜੀ। ਹਾਂਜੀ। ਮਨ ਕੀ ਬਿਰਤੀ ਇੱਕ ਰਸ ਸੁਖ ਪਾਇਆ, ਕਿਉਂ? ਮਨ ਦੇ ਬਿਰਤੀ ਇੱਕ ਰਸ ਜੁੜੀ ਹੋਈ ਵਾਹਿਗੁਰੂ ਜੀ ਦੇ ਨਾਲ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਰਸ ਬਿਰਤੀ ਸਤਿਗੁਰੂ ਜੀ ਦੀ ਜੁੜੀ ਹੋਈ ਹੈ। ਹਾਂਜੀ। ਕਹਿਸ ਕਠੋਰ ਚੰਦੂ ਕੁਲ ਘਾਤੀ, ਮਹਾਰਾਜ ਤੇ ਇੱਕ ਰਸ ਆ ਕੇ ਬੈਠ ਗਏ ਬਾਹਰ। ਚੰਦੂ ਆਪਣੀ ਕੁੱਲ ਦਾ ਨਾਸ਼ ਕਰਾਉਣਾ ਚਾਹੁੰਦਾ ਹੈ ਜੀ। ਕੁੱਲ ਘਾਤੀ ਹੈ ਜੀ। ਗਏ ਕੁੱਲ ਘਾਤੀ ਹੁੰਦਾ ਜਿਹੜਾ ਆਪਣੀ ਕੁੱਲ ਦਾ ਆਪੇ ਹੀ ਨਾਸ ਕਰਾ ਦੇ। ਚੰਦੂ ਦੁਸ਼ਟ ਮਹਾਰਾਜ ਨੂੰ ਇਹ ਬਚਨ ਕਹਿਣ ਲੱਗਾ, ਇਨ ਕੀਨਸ ਛਾਤੀ ਮੁਜਤਾਤੀ, ਕਹਿੰਦਾ ਇਹਨਾਂ ਨੇ ਮੈਨੂੰ ਤਪਾਇਆ ਹੈ। ਹਾਂਜੀ। ਤਿਮ ਅਬ ਤਪਤਾਵੋ ਉਤਪਾਤੀ, ਵਾਹਿਗੁਰੂ ਕੱਢਦੇ ਹੋ ਅੱਗੇ। ਇਸ ਤੇ ਪਰੇ ਨਾ ਅਪਰ ਅਰਾਤੀ। ਬਹੁਤ ਹੀ ਮਾੜੇ ਬੋਲ ਬੋਲਦਾ ਪਾਪੀ। ਸੰਗਤ ਜੀ ਕੀ ਕਰ ਲਾਂਗੇ ਅਸੀਂ ਉਹਦੀਆਂ ਗੱਲਾਂ ਸੁਣ ਕੇ ਜੀ। ਹਾਂਜੀ। ਧਰੀ ਮੌਨ ਅਬ ਆਏ ਨਾ ਬਾਣੀ, ਕਹਿੰਦਾ ਕਿਵੇਂ ਚੁੱਪ ਕਰਕੇ ਬੈਠੇ ਨੇ ਹੁਣ। ਹਾਂਜੀ। ਬੈਨਤ ਬੋਲਤ ਬਨ ਬ੍ਰਹਮ ਗਿਆਨੀ, ਕਹਿੰਦਾ ਐ ਬੈਠੇ ਜਿਵੇਂ ਬ੍ਰਹਮ ਗਿਆਨੀ ਬੈਠੇ ਹੁੰਦੇ। ਇਹ ਨਹੀਂ ਪਤਾ ਵੀ ਹੈ ਹੀ ਬ੍ਰਹਮ ਗਿਆਨੀ ਨੇ, ਹੈ ਹੀ ਬ੍ਰਹਮ ਗਿਆਨੀ ਨੇ। ਸੰਗਤ ਦੀ ਅੱਖ ਹੋਣੀ ਚਾਹੀਦੀ ਹੈ ਪਛਾਣਨ ਵਾਲੀ। ਅੱਖ ਨਹੀਂ ਹੈਗੀ, ਬੰਦਾ ਪਛਾਣ ਨਹੀਂ ਸਕਦਾ ਜੀ। ਹਾਂਜੀ। ਕੂਕਰ ਕਹਿਓ ਕਲੰਕਤ ਕੀਓ, ਵਾਹ ਉਹੋ ਹੀ ਪੁੱਠੀਆਂ ਗੱਲਾਂ, ਕੁੱਤੇ ਵਾਲੀ ਗੱਲ ਹੀ ਲਈ ਬੈਠਾ ਹੈ। ਅਬ ਤਪ ਹੋ ਜਿਮ ਤਪ ਮੈਂ ਹੀਓ, ਵੈਸੇ ਤਾਂ ਮੇਰਾ ਜੀ ਕਰਦਾ ਆਪਾਂ ਸਾਰੇ ਹੀ ਕਹੀਏ ਵੀ ਚੰਦੂ ਕੁੱਤਾ ਹੀ ਹੈ ਜੀ। ਕੀ ਹੈ ਜੀ? ਇਹ ਕੁੱਤਾ ਹੀ ਹੈ ਜੀ।
ਜਿਵੇਂ ਕੁੱਤਾ ਇੱਕ ਰਸ ਭੌਂਕੀ ਜਾਂਦਾ, ਇਹਨੂੰ ਭੌਂਕਣ ਤੋਂ ਸਿਵਾ ਕੰਮ ਹੀ ਕੋਈ ਨਹੀਂ ਹੈਗਾ ਜੀ। ਹਾਂਜੀ। ਸਿਕਤਾ ਤਪਤ ਅਰੁਡਨ ਲਾਗੇ, ਹਾਂਜੀ। ਬੋਲੇ ਸੁਨੀਐ ਮੂਡ ਕੋ ਪਾਗੇ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਜਦੋਂ ਬਾਹਰ ਬਿਠਾਇਆ, ਦੁਸ਼ਟ ਕਹਿਣ ਲੱਗਾ ਰੇਤਾ ਪਾ ਦਿਓ। ਤਪਦੀ ਰੇਤਾ ਜਦੋਂ ਸਤਿਗੁਰੂ ਜੀ ਦੇ ਉੱਤੇ ਪਾਉਣ ਲੱਗੇ ਨਾ, ਮਹਾਰਾਜ ਗਰੀਬ ਨਵਾਜ ਜੀ ਨੇ ਬਚਨ ਕੀਤਾ। ਹਾਂਜੀ। ਆਪਣੋ ਭਾਖਿਓ ਨਹੀਂ ਵਿਚਾਰਤ, ਕੂਕਰ ਹੋਇ ਕਿਰਾੜ ਝੱਖ ਮਾਰਤ। ਮਹਾਰਾਜ ਕਹਿਣ ਲੱਗੇ ਚੰਦੂ, ਆਪਣਾ ਕਹਿਆ ਹੋਇਆ ਤੂੰ ਵਿਚਾਰਨ ਨਹੀਂ ਦਿਆ, ਸੋਚ। ਕੁੱਤਾ ਹੈਗਾ ਮਹਾਰਾਜ ਕਹਿੰਦੇ, ਪਰ ਝੱਖ ਹੀ ਮਾਰਨ ਆ। ਕਹਿਣ ਲੱਗੇ ਕੁੱਤਿਆਂ ਦੀ ਤਰ੍ਹਾਂ ਝੱਖ ਮਾਰਨ ਦਿਆ, ਹੈ ਹੀ ਕੁੱਤਾ ਜੀ। ਉਹ ਕੌਣ ਹੈ ਚੰਦੂ? ਆ ਵੇਖੋ ਨਾ ਜੀ, ਜਿੰਨਾ ਸਿਫਤ ਗੁਰੂ ਜੀ ਦੀ ਜ਼ੋਰ ਚ, ਜਿੰਨਾ ਸਿਫਤ ਕਰਨ ਲੱਗਿਆ ਜ਼ੋਰ ਲਾਉਂਦੇ, ਉਹਨਾਂ ਇਹਨੂੰ ਕੁੱਤਾ ਕਹਿਣ ਲੱਗਿਆ ਜ਼ੋਰ ਲਾਓ। ਕੌਣ ਹੈ ਇਹ? ਕੁੱਤਾ ਹੈ ਜੀ ਇਹ। ਹਾਂਜੀ। ਸਕਲ ਬੰਸ ਕੀ ਜੜ੍ਹਾਂ ਉਖਾੜ ਹੈ। ਮਹਾਰਾਜ ਕਹਿਣ ਲੱਗੇ ਤੂੰ ਆਪਣੇ ਸਾਰੀ ਕੁੱਲ ਦੀਆਂ ਹੀ ਜੜ੍ਹਾਂ ਉਖਾੜਨ ਲੱਗ ਪਿਆ। ਕਹਿਣ ਲੱਗੇ ਆਪਣੇ ਪਰ ਅਪਦਾ ਬਹੁ ਡਾਰ ਹੈ। ਇਹ ਰੇਤਾ ਤੂੰ ਸਾਡੇ ਤੇ ਨਹੀਂ ਪਾ ਰਿਹਾ, ਆਪਣੇ ਤੇ ਬਿਪਤਾ ਆਪੇ ਹੀ ਪਵਾ ਰਿਹਾ। ਕਹਿਣ ਲੱਗੇ ਹਾਂਜੀ। ਦੋਜ਼ਕ ਦੀਰਘ ਦੁਖਤ ਸਹੇਰਾ, ਬੜਾ ਵੱਡਾ ਦੁੱਖ ਸਹੇਗਾ, ਨਰਕਾਂ ਚ ਜਾਣਾ। ਮਹਾਰਾਜ ਕਹਿੰਦੇ ਤੂੰ ਮਰ ਕੂ ਮੌਤ ਤੂਰਨ ਫਲ ਹੇਰਾ। ਤੇਰੀ ਮੌਤ ਬੜੀ ਭੈੜੀ ਹੋਣੀ ਓ, ਵੇਖ ਲਈ। ਵਾਹਿਗੁਰੂ ਕਾਕਾ ਇਧਰੋਂ ਚੱਲੋ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਬਚਨ ਕੀਤਾ ਜੀ। ਹਾਂਜੀ। ਹਮ ਤੋ ਤਿਆਗਨ ਅਹੈ ਸਰੀਰਾ। ਦੁਸ਼ਟਾ, ਅਸੀਂ ਤੇ ਸਰੀਰ ਛੱਡਣਾ ਹੀ ਹੈ। ਕਹਿਣ ਲੱਗੇ ਸਮਾਂ ਆਨ ਪਹੁੰਚਿਓ ਅਤ ਤੀਰਾ। ਪਰ ਸਮਾਂ ਤੇਰੇ ਵੀ ਨੇੜੇ ਹੀ ਹੈ। ਕਹਿਣ ਲੱਗੇ ਸਾਡਾ ਤੇ ਸਮਾਂ ਨੇੜੇ ਆ ਹੀ ਗਿਆ। ਹਾਂਜੀ। ਇਮ ਬੋਲਤ ਆਰੂਡਨ ਕਰੇ। ਇਹ ਕਹਿ ਕੇ ਸੱਚੇ ਪਾਤਸ਼ਾਹ ਫਿਰ ਸ਼ਾਂਤ ਹੋ ਕੇ ਬੈਠ ਗਏ ਜੀ। ਰੇਤ ਹੁਤਾਸਨ ਸਮ ਖਰ ਪਰ ਖਰੇ। ਤੇ ਸਾਧ ਸੰਗਤ ਜੀ, ਅੱਗ ਵਰਗੀ ਰੇਤ ਜਿਹੜੀ ਤੱਤੀ ਸੀ, ਬਹੁਤ ਗਰਮ ਰੇਤ ਸੀ, ਆਮ ਬੰਦੇ ਦੇ ਪਵੇ ਤੇ ਉਹ ਬੰਦਾ ਚੀਕਾਂ ਮਾਰਨ ਲੱਗ ਪਏਗਾ ਜੀ। ਹਾਂਜੀ। ਸਿੱਖ ਲੰਗਾਹਾ ਪਿਰਾਣਾ ਦੌਨ। ਜਦੋਂ ਮਹਾਰਾਜ ਉੱਤੇ ਪਾਉਣ ਲੱਗੇ ਨਾ ਜੀ, ਤੇ ਭਾਈ ਲੰਗਾਹ ਜੀ ਬੜੇ ਅਮੀਰ ਸਿੱਖ, ਮੈਂ ਉਦਣ ਵੀ ਬੇਨਤੀ ਕੀਤੀ, 3 ਲੱਖ ਰੁਪਈਆ ਟੈਕਸ ਤਾਰਦੇ ਹੁੰਦੇ ਸੀਗੇ ਉਸ ਸਮੇਂ ਦੀ। ਭਾਈ ਲੰਗਾਹ ਜੀ ਤੇ ਭਾਈ ਪਿਰਾਣਾ ਜੀ, ਇਹਨਾਂ ਕੋਲੋਂ ਸਹਿਣ ਨਾ ਹੋਇਆ ਜੀ। ਹਾਂਜੀ। ਇੱਕ ਬਾਰੀ ਦੌਰੇ ਮਨ ਭਾਉਨ। ਉਹਨਾਂ ਆਪਣੇ ਆਪ ਨੂੰ ਛਡਾ ਕੇ ਨਾ ਦੌੜ ਕੇ ਗੁਰੂ ਜੀ ਵੱਲ ਗਏ ਜੀ, ਦੋਵੇਂ ਸਿੱਖ। ਕੌਣ ਕੌਣ? ਭਾਈ ਲੰਗਾਹ ਜੀ ਤੇ ਭਾਈ ਪਿਰਾਣਾ ਜੀ। ਸਹਿਣ ਨਹੀਂ ਹੋ ਰਿਹਾ ਜੀ। ਹਾਂਜੀ। ਤਪਤ ਰੇਤ ਪਰ ਹਮ ਤਨ ਪਰੇ। ਉਹ ਚਾਹੁੰਦੇ ਆ ਵੀ ਇਹ ਗਰਮ ਗਰਮ ਰੇਤ ਹੈ ਨਾ ਜਿਹੜੀ, ਇਹ ਸਾਡੇ ਸਰੀਰ ਤੇ ਪੈ ਜਾਵੇ। ਹਾਂਜੀ। ਸੁਖ ਸੋ ਹੋਏ ਗੁਰ ਉਪਰ ਖਰੇ। ਤੇ ਮਹਾਰਾਜ ਗਰੀਬ ਨਵਾਜ ਜੀ ਦੇ ਉੱਪਰਲੇ ਪਾਸੇ ਜਾ ਕੇ ਇਸ ਤਰ੍ਹਾਂ ਹੱਥ ਕਰ ਲਏ ਵੀ ਗੁਰੂ ਜੀ ਦੇ ਸਿਰ 'ਚ ਰੇਤਾ ਨਾ ਪਾਉਣਾ। ਹਾਂਜੀ। ਇਨ ਕਾਰਨ ਨਿਕਸੈ ਜੇ ਪ੍ਰਾਨ। ਸੋਚਦੇ ਆ ਭਾਈ ਲੰਗਾਹ ਜੀ ਤੇ ਪੁਰਾਣਾ ਜੀ, ਗੁਰੂ ਸਾਹਿਬ ਤੋਂ ਆਪਾਂ ਆਪਣੀ ਜਾਨ ਵਾਰ ਦਈਏ, ਸਾਡੀ ਜਾਨ ਨਿਕਲ ਜਾਵੇ। ਹਾਂਜੀ। ਤੋ ਹਮ ਹੋਵਹਿ ਧਨ ਮਹਾਨ। ਜੇ ਕਿਤੇ ਗੁਰੂ ਜੀ ਕਰਕੇ ਸਾਡੀ ਜਾਨ ਨਿਕਲ ਜੇ, ਅਸੀਂ ਮਰ ਜਾਈਏ, ਅਸੀਂ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਸਮਝਾਂਗੇ। ਨਹਿ ਇਨਕੋ ਦੁੱਖ ਦੇਖਨ ਕਰੈ। ਪਰ ਅਸੀਂ ਗੁਰੂ ਜੀ ਦਾ ਦੁੱਖ ਨਹੀਂ ਵੇਖ ਸਕਦੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਆਸ਼ੀ ਬਾਤ ਦੇਹ ਪਰ ਹਰੈ। ਚੰਗਾ ਹੁਣ ਕੋਈ ਨਹੀਂ, ਜੋ ਗੁਰੂ ਜੀ ਕਹਿਣਗੇ ਵੇਖੀ ਜਾਏਗੀ, ਪਰ ਸਰੀਰ ਛੱਡ ਦਿਆਂਗੇ, ਇਹ ਕੰਮ ਨਹੀਂ ਹੋਣ ਦੇਣਾ। ਹੇਰਤ ਚੰਦੂ ਸਿਪਾਹੀ ਪ੍ਰੇਰੇ। ਚੰਦੂ ਨੇ ਆਪਣੇ ਸਿਪਾਹੀਆਂ ਨੂੰ ਆਖਿਆ, ਲਏ ਲਸ਼ਟਕਾ ਧਾਏ ਕਨੇਰੇ। ਉਹਨਾਂ ਨੇ ਸੋਟੇ ਫੜੇ ਤੇ ਸਿੱਖਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜੀ। ਹੱਥਨ ਪਰ ਪੈਰਨ ਪਰ ਮਾਰ। ਹੱਥਾਂ ਤੇ ਪੈਰਾਂ ਤੇ ਸਿੱਖਾਂ ਨੂੰ ਮਾਰਿਆ ਗਿਆ। ਗਹਿ ਕਰ ਮੋਰੇ ਬਹੁ ਬਲ ਧਾਰ। ਤੇ ਬੜਾ ਜ਼ੋਰ ਲਾ ਕੇ ਕਈ ਸਿਪਾਹੀਆਂ ਨੇ ਮਾਰਦਿਆਂ ਮਾਰਦਿਆਂ ਉਹਨਾਂ ਨੂੰ ਦੂਰ ਕੀਤਾ ਜੀ। ਵੇਖੋ ਕਿੱਡੇ ਮਹਾਨ ਸਿੱਖ ਨੇ, ਗੁਰੂ ਜੀ ਦੇ ਪਿਆਰ 'ਚ ਸੋਟੇ ਖਾ ਰਹੇ ਆ। ਤੇ ਸੰਗਤ ਜੀ, ਇਹ ਕੰਮ ਹੁਣ ਵੀ ਵਰਤੇ। ਜੂਨ 1984 'ਚ ਜਿਹੜਾ ਤਸ਼ੱਦਦ ਹੋਇਆ ਨਾ, ਹੇ ਮੇਰੇ ਵਾਹਿਗੁਰੂ,
ਇਹੋ ਜੀ ਮਾਰ ਮਾਰੀ ਗਈ ਹੈ ਜਿਹੜੀ ਸਟੇਜ ਤੋਂ ਤੁਹਾਨੂੰ ਬੋਲ ਕੇ ਨਹੀਂ ਦੱਸੀ ਜਾ ਸਕਦੀ ਜੀ। ਇਹੋ ਜਿਹੇ ਤਸੀਹੇ ਸਿੱਖਾਂ ਨੂੰ, ਪਤਨੀਆਂ ਨੂੰ, ਬੱਚਿਆਂ ਨੂੰ, ਬੱਚੀਆਂ ਨੂੰ ਦਿੱਤੇ ਗਏ ਜੀ। ਹਾਂਜੀ। ਸ਼੍ਰੀ ਗੁਰ ਕਰੈ ਬਿਰਾਜਨਾ ਘਨੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ। ਫਿਰ ਪੜੋ। ਸ੍ਰੀ ਗੁਰ ਕਰੈ ਵਰਜਨਾ ਘਨੇ। ਮਹਾਰਾਜ ਜੀ ਨੇ ਬਹੁਤ ਵਰਜਿਆ ਵੀ ਤੁਸੀਂ ਇਹ ਕੰਮ ਕਿਉਂ ਕੀਤਾ, ਰੋਕਿਆ ਉਹਨਾਂ ਨੂੰ। ਕਿਉਂ ਤੁਮ ਆਵਤ ਹੋ ਰਿਸ ਮਨੇ। ਮਹਾਰਾਜ ਕਹਿੰਦੇ ਲੰਗਾ ਤੇ ਪੁਰਾਣਾ ਕਿਉਂ ਗੁੱਸੇ ਚ ਆਈ ਜਾਂਦੇ ਜੇ। ਹਾਂਜੀ। ਬੈਠੇ ਰਹੋ ਖਾਤ ਕਿਉਂ ਮਾਰ। ਕਿਉਂ ਮਾਰ ਖਾ ਰਹੇ ਜੇ, ਚੁੱਪ ਕਰਕੇ ਬੈਠੇ ਰਹੋ। ਇਹ ਸਭ ਹੈ ਹਮਰੇ ਅਨੁਸਾਰ। ਇਹ ਜੋ ਹੋ ਰਿਹਾ ਨਾ ਇਹ ਭਾਣਾ ਹੀ ਹੈ, ਕਹਿਣ ਲੱਗੇ ਭਾਣਾ ਹੈ, ਸ਼ਾਂਤ ਰਹੋ। ਹਾਂਜੀ। ਕਹੈ ਪਿਰਾਣਾ ਰਹਿਓ ਨਾ ਜਾਏ। ਭਾਈ ਪਿਰਾਣਾ ਫਿਰ ਕਹਿਣ ਲੱਗੇ, ਕੱਲ ਵੀ ਆਖਿਆ ਸੀ ਅੱਜ ਫਿਰ ਕਹਿਣ ਲੱਗੇ। ਕਹਿੰਦੇ ਮਹਾਰਾਜ ਮੈਂ ਕੀ ਕਰਾਂ, ਮੇਰੇ ਕੋਲੋਂ ਰਿਹਾ ਹੀ ਨਹੀਂ ਜਾਂਦਾ, ਮੈਂ ਨਹੀਂ ਵੇਖ ਸਕਦਾ ਮਹਾਰਾਜ। ਤੁਮਰੋ ਦੁੱਖ ਨ ਦੇਖ ਸਕਾਏ। ਇਹ ਕੁਝ ਹੁੰਦਾ ਮੈਂ ਆਪਣੀਆਂ ਅੱਖਾਂ ਤੋਂ ਵੇਖ ਨਹੀਂ ਸਕਦਾ। ਆਪਣੇ ਪ੍ਰਾਨ ਦੇਖ ਅਬਿਲਖ ਹੈ। ਸੱਚੇ ਪਾਤਸ਼ਾਹ ਮੇਰਾ ਜੀ ਕਰਦਾ ਮੈਂ ਆਪਣੀ ਜਾਨ ਮਾਰ ਦਿਆਂ, ਮੈਂ ਮਰ ਜਾਵਾਂ ਮਹਾਰਾਜ। ਰਾਵਰ ਕੇ ਸਰੀਰ ਕੋ ਰੱਖ ਤੇ ਤੁਹਾਡਾ ਸਰੀਰ ਰੱਖ ਲਈਏ। ਸੰਗਤ ਜੀ ਪਿਆਰ ਤੇ ਫਿਰ ਇਹੋ ਹੀ ਹੁੰਦਾ ਨਾ ਜੀ। ਹਾਂਜੀ। ਕਹਿਓ ਗੁਰੂ ਇਮ ਕੀਜੈ ਤਬੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਪੁਰਾਣੇ ਸਰੀਰ ਤੂੰ ਸਾਡੇ ਕਰਕੇ ਹੀ ਛੱਡੇਗਾ, ਪਰ ਅਜੇ ਨਹੀਂ। ਹਾਂਜੀ। ਹਮਰੀ ਆਇਸ ਹੋਵਹਿ ਜਬੈ। ਜਦੋਂ ਆਖਾਂਗੇ ਉਦੋਂ ਸਰੀਰ ਛੱਡੇ, ਕਹਿਣ ਲੱਗੇ। ਸਾਧ ਸੰਗਤ ਜੀ ਭਾਈ ਪੁਰਾਣਾ ਜੀ ਸ਼ਹੀਦ ਹੋਏ ਨੇ ਜੀ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਉੱਤੇ ਜਦੋਂ ਮੁਗਲ ਚੜ੍ਹ ਕੇ ਆਏ ਆ ਤੇ ਭਾਈ ਪੁਰਾਣਾ ਜੀ ਜੰਗ ਕਰਦਿਆਂ ਸ਼ਹੀਦ ਹੋਏ ਆ। ਹਾਂਜੀ। ਅਬ ਹਮਰਾ ਇਹ ਖੇਲ ਪਸਾਰਾ। ਅਜੇ ਇਹ ਸਾਡੀ ਖੇਡ ਹੈ, ਮਹਾਰਾਜ ਕਹਿੰਦੇ। ਹਾਂਜੀ। ਬੈਠੇ ਪਿਖੋ ਹੋਏ ਜਿਮਸਾਰਾ। ਭਾਈ ਪੁਰਾਣੇ ਲੰਗਾ ਚੁੱਪ ਕਰਕੇ ਬੈਠ ਕੇ ਵੇਖੋ, ਤੁਹਾਨੂੰ ਵੇਖਣ ਨੂੰ ਨਾਲ ਲਿਆਉਂਦਾ, ਕਹਿਣ ਲੱਗੇ। ਹਾਂਜੀ। ਪੁਨਹ ਦੁਸ਼ਟ ਨੇ ਕਹਿ ਬਿਠਵਾਏ। ਉਧਰੋਂ ਦੁਸ਼ਟ ਵੀ ਮਾਰ ਕੇ ਸੋਟੇ ਤੇ ਸਿੱਖਾਂ ਨੂੰ ਬਿਠਵਾਇਆ। ਫਿਰ ਸਤਿਗੁਰ ਕੁਛ ਖੇਦ ਨਾ ਪਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਬੈਠੇ ਆ। ਤਪਦੀ ਗਰਮ ਰੇਤਾ ਮਹਾਰਾਜ ਜੀ ਦੇ ਸਰੀਰ ਉੱਤੇ ਇੱਕ ਰਸ ਪਾਈ ਜਾ ਰਹੀ ਹੈ। ਸੱਚੇ ਪਾਤਸ਼ਾਹ ਹਿੱਲ ਵੀ ਨਹੀਂ ਰਹੇ ਜੀ, ਹਿੱਲ ਵੀ ਨਹੀਂ ਰਹੇ ਜੀ। ਹਾਂਜੀ। ਚੰਦਹ ਲੋਕ ਰਚੇ ਜਿਨ ਕੇਰੇ। ਕਹਿੰਦੇ 14 ਲੋਕ ਜਿਸ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਚੇ ਹਨ। ਤੇਜ ਹੁਤਾਸਨ ਹੋਏ ਜਿਮਨੇਰੇ। ਗੱਜ ਕੇ ਆਖੋ। ਸਾਧ ਸੰਗਤ ਜੀ ਰੇਤ ਕਿਵੇਂ, ਰੇਤ ਵੀ ਨੇੜੇ ਆਉਣ ਲੱਗਿਆ ਡਰ ਰਹੀ ਹੈ ਵੀ ਮੈਂ ਮਹਾਰਾਜ ਦੇ ਸਰੀਰ ਨੂੰ ਸੇਕ ਹੀ ਨਾ ਪਹੁੰਚਾਵਾਂ। ਹਾਂਜੀ। ਤਪਤ ਰੇਤ ਪਰ ਨਿਸ਼ਚਲ ਬੈਸੇ। ਸੁਖ ਤੇ ਮੁਦਰ ਆਸਨ ਪਰ ਜੈਸੇ। ਵਾਹਿਗੁਰੂ। ਤਪਦੀ ਰੇਤਾ ਦਾ ਆਸਣ ਲਾ ਕੇ ਗੁਰੂ ਜੀ ਨੂੰ ਉੱਤੇ ਬਿਠਾਇਆ ਜੀ। ਉੱਤੇ ਵੀ ਪਾਈ ਗਈ। ਜਿਵੇਂ ਨਰਮ ਕੋਈ ਬਿਸਤਰੇ ਤੇ ਬਹਿੰਦਾ ਹੈ ਨਾ, ਉਹਨੂੰ ਦੁੱਖ ਨਹੀਂ ਹੁੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਤਪਦੀ ਰੇਤਾ ਉੱਤੇ ਬੈਠੇ। ਗੱਜ ਕੇ ਕਹਿ ਦਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਇਤ ਉਤ ਅੰਗ ਨਹੀਂ ਡੁਲਯੰਤੇ। ਮਹਾਰਾਜ ਇਥੋਂ ਤੱਕ ਇਧਰ ਉਧਰ ਸਰੀਰ ਵੀ ਨਹੀਂ ਹਿਲਾਉਂਦੇ ਜੀ, ਇੱਕ ਰਸ ਬੈਠੇ ਹੈ। ਬੜਾ ਵੱਡਾ ਅਭਿਆਸ ਚਾਹੀਦਾ। ਸੰਗਤ ਜੀ ਆਪਾਂ ਥੋੜਾ ਸਮਾਂ ਕਥਾ ਕਰਨੀ ਜਾਂ ਸੁਣਨੀ ਹੋਵੇ, ਸਾਡਾ ਸਰੀਰ ਹਿੱਲਦਾ ਕਿ ਨਹੀਂ ਹਿੱਲਦਾ ਜੀ? ਕਿੰਨਾ ਸਾਡਾ ਸਰੀਰ ਹਿੱਲਦਾ। ਮਹਾਰਾਜ ਇੱਕ ਰਸ ਬੈਠੇ, ਸਰੀਰ ਵੀ ਨਹੀਂ ਹਿਲਾਉਂਦੇ ਜੀ। ਭਏ ਮੌਨ ਕੁਛ ਨਹੀਂ ਕਰਨ ਤੇ। ਵਾਹਿਗੁਰੂ ਚੁੱਪ ਕਰਕੇ ਬੈਠੇ ਨੇ, ਕੁਝ ਬੋਲ ਵੀ ਨਹੀਂ ਰਹੇ ਮੁਖੋਂ ਜੀ। ਆਮ ਬੰਦਾ ਚੀਕਾਂ ਮਾਰੇਗਾ। ਕਹਿਓ ਦੁਸ਼ਟ ਪੁੰਨ ਕਰਸ਼ੇ ਲੈ ਕੇ। ਤਪਤ ਰੇਤ ਦਿਓ ਉਪਰ ਪੈ ਕੇ। ਰੇਤ ਉੱਤੇ ਬਿਠਾ ਕੇ ਫਿਰ ਰੇਤ ਉੱਤੇ ਪਾਉਣ ਬਾਰੇ ਆਖਿਆ ਜੀ ਇਹਨੇ। ਨਹਿ ਬੋਲਤ ਨਹਿ ਮਾਨਤ ਨਾਤਾ। ਇਸਕੇ ਗਾਤ ਲਹੈ ਨਹਿ ਤਾਤਾ। ਭਰ ਕਰਸ਼ੇ ਤਬ ਉਪਰ ਪਾਏ। ਨਹਿ ਕੁਛ ਰਹਿਓ ਨਾ ਅੰਗ ਡੁਲਾਏ। ਮਹਾਰਾਜ ਨੇ ਸਰੀਰ ਵੀ ਨਹੀਂ ਹਿਲਾਇਆ ਜੀ। 2 ਕੜਛੇ ਵਾਲੇ ਸੀਗੇ ਜੀ, ਦੋਵੇਂ ਪਾਸੇ ਖਲੋ ਕੇ ਮਹਾਰਾਜ ਦੇ ਸੀਸ ਉੱਤੇ ਰੇਤਾ ਪਾ ਰਹੇ ਸੀ। ਇਹਦੇ ਸਿਰ 'ਚ ਵੀ ਗਰਮ ਰੇਤਾ ਪੈਣੀ, ਤੇ ਜਦੋਂ ਪੈਣੀ ਇਹਨੇ ਚੀਕਾਂ ਮਾਰਨੀਆਂ ਜੀ। ਰੇਤ ਬੜਾ ਤਰੋ ਕੱਢ ਦਿੰਦੀ ਚ ਗਰਮ ਰੇਤ।
ਹਾਂਜੀ ਦਹੋਂ ਦਿਸ਼ਤੇ ਤਾਤੋ ਅਤਬਾਰੂ, ਵਾਹਿਗੁਰੂ। ਪਰ ਸਰੀਰ ਪਰ ਬਹੁ ਦੁਖ ਕਾਰੂ। ਬਹੁਤ ਦੁੱਖ, ਉਹ ਜਿਹੜੇ ਸਰੀਰ ਦਾ ਮਾਸ ਅੱਗੇ ਹੀ ਕਮਜ਼ੋਰ ਹੋ ਗਿਆ ਜੀ, ਗਲ ਗਿਆ ਜੀ, ਉਹਦੇ ਉੱਤੇ ਰੇਤ ਚੰਬੜੀ ਜਾਂਦੀ ਗਰਮ ਗਰਮ ਜੀ। ਹਾਂਜੀ ਨਿਜ ਇੱਛਾ ਕਰ ਗਾਤ ਸਮੂਹੇ, ਸਤਿਗੁਰ ਕੈ ਤਬ ਪਰੇ ਫਲੂਹੇ। ਮਹਾਰਾਜ ਗਰੀਬ ਨਵਾਜ ਜੀ ਦੀ ਇਹ ਵੀ ਇੱਛਾ ਹੀ ਹੈ। ਜੇ ਮਹਾਰਾਜ ਦੀ ਇੱਛਾ ਨਾ ਹੋਵੇ ਤੇ ਸਰੀਰ ਨੂੰ ਕੁਝ ਵੀ ਨਹੀਂ ਹੋਏਗਾ ਜੀ। ਜੇ ਮਹਾਰਾਜ ਦੀ ਇੱਛਾ ਨਾ ਹੋਵੇ, ਇਹ ਵੀ ਗੁਰੂ ਅਰਜਨ ਦੇਵ ਜੀ ਦੀ ਇੱਛਾ ਹੀ ਹੈ। ਸਰੀਰ ਤੇ ਛਾਲੇ ਪੈ ਰਹੇ ਆ ਜੀ। ਹਾਂਜੀ ਅਜ਼ਮਤ ਨਹਿ ਜਾਣੇ ਦੁਰਚਾਈ, ਬਿਨ ਪੀਰਾ ਗਨ ਕਰੇ ਦਿਖਾਈ। ਤਾਂ ਵੀ ਦੁਸ਼ਟ ਮਹਾਰਾਜ ਦੀ ਕਰਾਮਾਤ ਨੂੰ ਸਮਝ ਨਹੀਂ ਸਕਿਆ ਵੀ ਇੰਨਾ ਕੁਝ ਸਹਿ ਜਾਣਾ ਬੜੀ ਵੱਡੀ ਕਰਾਮਾਤ ਹੈ। ਦੋਏ ਜਾਮ ਲਗ ਬਾਧਾ ਦੀਨਸ, ਵਾਹਿਗੁਰੂ। ਨਹੀਂ ਤਰਾਸ ਮਨ ਦੁਸ਼ਟਨ ਕੀਨਸ। ਵਾਹਿਗੁਰੂ। ਸੰਗਤ ਜੀ 6.5 ਘੰਟੇ ਲਗਾਤਾਰ ਮਹਾਰਾਜ ਉੱਤੇ ਰੇਤਾ ਪਾਉਂਦੇ ਰਹੇ ਜੀ। ਉਹ ਜੀ ਆਮ ਬੰਦੇ ਤੇ 6 ਮਿੰਟ ਹੀ ਪਵੇ ਤੋਂ ਚੀਕਾਂ ਮਾਰ ਲਵੇ ਜੀ। ਦੋਏ ਜਾਮ, 2 ਪੈਰ ਲਗਾਤਾਰ ਇਹ ਕਸ਼ਟ ਦਿੱਤਾ ਜੀ। 3.25 ਘੰਟੇ ਦਾ ਇੱਕ ਪੈਰ ਮੰਨ ਲਈਏ, 6.5-7 ਘੰਟੇ ਮਹਾਰਾਜ ਤੇ ਰੇਤਾ ਪਾਉਂਦੇ ਰਹੇ। ਮਹਾਰਾਜ ਨੇ ਮੁਖੋਂ ਬਚਨ ਹੀ ਨਹੀਂ ਕੀਤਾ ਜੀ। ਆਖੋ ਧੰਨ ਗੁਰੂ ਅਰਜਨ ਦੇਵ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਿੱਡੀ ਵੱਡੀ ਗੱਲ ਹੈ ਜੀ। ਹਾਂਜੀ ਬੈਠੇ ਰਹੇ ਅਬੋਲ ਅਡੋਲ। ਮਹਾਰਾਜ ਗਰੀਬ ਨਵਾਜ ਅਬੋਲ ਬੈਠੇ ਨੇ, ਅਡੋਲ ਬੈਠੇ ਨੇ। ਹਾਂਜੀ ਸਤਿਗੁਰ ਮਹਿਮਾ ਮਹਾ ਅਤੋਲ। ਗੁਰੂ ਜੀ ਦੀ ਮਹਿਮਾ ਬਹੁਤੀ ਵੱਡੀ ਤੇ ਅਤੋਲ ਹੈ, ਤੋਲੀ ਨਹੀਂ ਜਾ ਸਕਦੀ। ਹਾਂਜੀ ਅਜਰ ਜਰਨ ਕੀ ਔਧ ਜਨਾਈ। ਮਹਾਰਾਜ ਨੇ ਦੱਸਿਆ ਵੀ ਅਜਰ ਨੂੰ ਜਰਨਾ ਕਿਵੇਂ ਹੈ। ਜਿਹੜੀ ਚੀਜ਼ ਨਹੀਂ ਜਰੀ ਜਾਂਦੀ ਉਹਨੂੰ ਜਰਨਾ ਕਿਵੇਂ ਹੈ, ਇਹ ਗੱਲ ਗੁਰੂ ਅਰਜਨ ਦੇਵ ਜੀ ਨੇ ਵਿਖਾਈ ਹੈ ਜੀ। ਇਤੇ ਕਸ਼ਟ ਤੇ ਨਹੀਂ ਦਿਖਾਈ। ਇੰਨੇ ਕਸ਼ਟ ਨੇ ਫਿਰ ਵੀ ਕਰਾਮਾਤ ਨਹੀਂ ਵਿਖਾਈ ਮਹਾਰਾਜ ਨੇ ਜੀ। ਹਾਂਜੀ ਇੰਦਰ ਆਦ ਜੇਤਿਕ ਸੁਰਸਾਰੇ। ਕਹਿੰਦੇ ਸਵਰਗਾਂ ਦੇ ਵਿੱਚ ਇੰਦਰ ਦੇਵਤਾ ਹੋਰ ਜਿੰਨੇ ਦੇਵਤੇ ਹਨ, ਚਕ੍ਰਿਤ ਚਿਤ ਗੁਰ ਚਲਤ ਨਿਹਾਰੇ। ਸਾਰੇ ਮਹਾਰਾਜ ਦਾ ਕੌਤਕ ਵੇਖ ਕੇ ਹੈਰਾਨ ਹੀ ਹੋ ਰਹੇ ਨੇ। ਹਾਂਜੀ ਧੰਨ ਧੰਨ ਸਭ ਕਰੈ ਬਿਖਾਨਾ। ਸਾਰੇ ਮਹਾਰਾਜ ਨੂੰ ਧੰਨ ਧੰਨ ਕਹਿ ਰਹੇ ਆ। ਆਖੋ ਤੁਸੀਂ ਵੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਦੇਵਤੇ ਸੱਚੇ ਪਾਤਸ਼ਾਹ ਜੀ ਨੂੰ ਧੰਨ ਧੰਨ ਕਹਿ ਰਹੇ ਹੈ। ਮਹਾਰਾਜ ਗਰੀਬ ਨਵਾਜ ਜੀ ਤੁਹਾਨੂੰ ਹੀ ਬਾਣ ਆਉਂਦਾ ਹੈ। ਖੁਦ ਦੇਵਤੇ ਵੀ ਇਹ ਸਾਰਾ ਕੁਝ ਨਹੀਂ ਕਰ ਸਕਦੇ ਸਾਧ ਸੰਗਤ ਜੀ। ਹਾਂਜੀ ਇਨ ਤੇ ਬਿਨਾ ਨਾ ਐਸੋ ਆਨਾ। ਦੇਵਤੇ ਕਹਿ ਰਹੇ ਆ ਇਹਨਾਂ ਤੋਂ ਬਗੈਰ ਹੋਰ ਦੂਜਾ ਕੋਈ ਕਰ ਹੀ ਨਹੀਂ ਸਕਦਾ ਜੀ। ਅਜੇ ਦੇਵਤੇ ਤਾਂ ਸ਼ਕਤੀਆਂ ਵਾਲੇ ਆ ਨਾ, ਕਰਾਮਾਤਾਂ ਵਾਲੇ ਆ। ਉਹ ਵੀ ਕਹਿ ਰਹੇ ਆ ਵੀ ਗੁਰੂ ਜੀ ਤੋਂ ਬਗੈਰ ਹੋਰ ਕੋਈ ਨਹੀਂ ਇਹ ਕੰਮ ਕਰ ਸਕਦਾ। ਹਾਂਜੀ ਕਰ ਬੰਧਨ ਸੁਰ ਸਦਨ ਸਿਧਾਰੇ। ਦੇਵਤੇ ਗੁਪਤ ਰੂਪ ਵਿੱਚ ਆਏ, ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਟੇਕ ਕੇ ਸਵਰਗਾਂ 'ਚ ਜਾ ਰਹੇ ਆ ਜੀ। ਆਪਣੇ ਆਪਣੇ ਥਾਵਾਂ ਤੇ ਜਾ ਰਹੇ। ਕਿੰਨੇ ਘੰਟੇ ਰੇਤਾ ਪਈ ਮਹਾਰਾਜ ਦੇ ਸੀਸ ਉੱਤੇ, ਲਗਭਗ ਨਹੀਂ 6.5 ਜਾਂ 7 ਘੰਟੇ ਰੇਤਾ ਪਾਉਂਦੇ ਰਹੇ ਗੁਰੂ ਅਰਜਨ ਦੇਵ ਜੀ ਉੱਤੇ ਜੀ। ਤੇ ਉਹ ਤਪਦੀ ਰੇਤ ਇੱਕਦਮ ਕਿਤੇ 7 ਮਿੰਟ ਹੀ ਬੰਦੇ ਉੱਤੇ ਪੈ ਜੇ ਨਾ ਜੀ, ਕੁਛ ਦਾ ਕੁਛ ਹੋ ਜੇ ਜੀ। ਹਾਂਜੀ ਆਪਸ ਵਿਖੈ ਬਿਰਤੰਤ ਉਚਾਰੇ। ਦੇਵਤੇ ਵੀ ਆਪਣੇ ਆਪ ਵਿੱਚ ਸਾਰੇ ਇਕੱਠੇ ਹੋ ਕੇ ਗੱਲਾਂ ਕਰਦੇ ਆ। ਗਇਓ ਦੁਸ਼ਟ ਪੁਨ ਗੁਰ ਨਿਕਸਾਏ। ਵੇ ਗੁਰੂ ਜੀ ਦੇ ਬਰਾਬਰ ਹੋਰ ਕੋਈ ਦੁਨੀਆ ਤੇ ਹੈ ਹੀ ਨਹੀਂ। ਦੁਸ਼ਟ ਰੇਤ ਪਵਾ ਪਵਾ ਕੇ ਥੱਕ ਗਿਆ ਜੀ, ਰੋਕ ਦਿੱਤੀ ਤੇ ਆਪਣੇ ਘਰ ਚਲੇ ਗਿਆ ਜੀ। ਪੂਰਬ ਥਲ ਤਹਿ ਆਨ ਬਿਠਾਏ। ਮਹਾਰਾਜ ਗਰੀਬ ਨਵਾਜ ਜੀ ਨੂੰ ਪਹਿਲਾਂ ਵਾਲੀ ਥਾਂ ਤੇ ਬਿਠਾ ਦਿੱਤਾ। ਅੱਗੇ ਹੀ ਮਾਸ ਜਿਹੜਾ ਸੀਗਾ ਉਹ ਸਾਧ ਸੰਗਤ ਦੀ ਅੱਧਿਓਂ ਜ਼ਿਆਦਾ ਗਲ ਚੁੱਕਾ ਸੀਗਾ। ਉਸ ਮਾਸ ਦੇ ਵਿੱਚ ਰੇਤਾ ਜੰਮ ਗਈ ਹੈ। ਸੱਚੇ ਪਾਤਸ਼ਾਹ ਮਹਾਰਾਜ ਉੱਠੇ ਹੈ, ਉੱਥੇ ਬਹਿ ਗਏ ਹੈ। ਮੁੱਖ ਨਹੀਂ ਮੁਰਝਾਇਆ ਮਹਾਰਾਜ ਦਾ ਜੀ, ਮੁੱਖ ਨਹੀਂ ਮੁਰਝਾਇਆ ਜੀ। ਮੈਂ ਫਿਰ ਬੇਨਤੀ ਕਰਾਂ, ਛੋਟੀ ਜੀ ਅਸੀਂ ਆਪਣੇ ਉਲਟ ਗੱਲ ਸੁਣੀਏ, ਬੰਦੇ ਦਾ ਚਿਹਰਾ ਹੀ ਹੋਰ ਹੋ ਜਾਂਦਾ ਜੀ। ਮਹਾਰਾਜ ਜੀ ਦਾ ਮੁੱਖ ਨਹੀਂ ਮੁਰਝਾਇਆ ਜੀ।
ਹਾਂਜੀ। ਸਭ ਤਨ ਪਰ ਜਰਬੇ ਬਿਨ ਭਏ, ਸਭ ਤਨ ਜਰਬੇ ਬ੍ਰਿਣ ਭਏ, ਸਾਰਾ ਸਰੀਰ ਸੜਨ ਕਰਕੇ ਫਲੂਏ ਹੋ ਗਏ ਮਹਾਰਾਜ ਦੇ ਸਰੀਰ ਤੇ। ਇੱਕ ਮੁੱਖ ਹੀ ਬਚਿਆ ਜੀ, ਅੱਜ ਉਹਦੇ ਤੇ ਵੀ ਰੇਤ ਪਈ ਹੈ ਜੀ ਬਹੁਤ ਜੀ। ਮਹਾਰਾਜ ਜੀ ਦੇ ਦਾੜੇ ਦੇ ਵਿੱਚ ਰੇਤਾ ਫਸ ਗਿਆ ਜੀ। ਹਾਂਜੀ। ਕਾਨਾ ਸਰਾਪ ਸਾਚ ਚਾਇ ਲਏ, ਹਜੂਰ ਮਹਾਰਾਜ ਗਰੀਬ ਨਵਾਜ ਬੈਠੇ ਵਾਹਿਗੁਰੂ ਜੀ ਦੀ ਰਜਾ ਵਿੱਚ ਜੀ। ਹਾਂਜੀ। ਦੋਹਰਾ ਭਾਈ ਜਾਮਨੀ ਆਨ ਕਰ, ਛਾਇਓ ਤਿਮਰ ਮਹਾਨ। ਰਾਤ ਹੋ ਗਈ ਜੀ, ਸਿੱਖ ਸਾਹਮਣੇ ਬੈਠੇ ਚੂਰੰਦੇ ਆ, ਇੱਕਦਮ ਹਨੇਰਾ ਹੋ ਗਿਆ ਜੀ। ਹਾਂਜੀ। ਖਰ ਭਰ ਭਰਿਓ ਵਿਸਾਲ ਤਬ, ਜੇ ਜਗ ਅਜ਼ਮਤਵਾਨ। ਕਹਿੰਦੇ ਜਿਹੜੇ ਕਰਾਮਾਤੀ ਲੋਕ ਨੇ ਨਾ ਸੰਸਾਰ ਵਿੱਚ, ਉਹਨਾਂ ਦੀ ਦੁਨੀਆ ਦੇ ਵਿੱਚ ਹਲਚਲ ਮਚ ਗਈ ਜੀ। ਭੂਤ ਪ੍ਰੇਤ ਕਰਾਮਾਤੀ ਲੋਕ, ਕਰਾਮਾਤਾਂ ਕਰਨ ਵਾਲੇ, ਉਹਨਾਂ ਦੀ ਦੁਨੀਆ ਵਿੱਚ ਵੀ ਹਲਚਲ ਮਚ ਗਈ। ਇੱਕ ਹੈ ਸਾਡੀ ਦੁਨੀਆ ਦੀ ਸੰਸਾਰੀਆਂ ਦੀ, ਇੱਕ ਹੈ ਰੱਬ ਦੀ ਮਿਹਰ ਵਾਲੇ ਕਰਾਮਾਤੀ ਪੁਰਸ਼ ਜਿਹੜੇ ਆ, ਉਹਨਾਂ ਦੀ ਦੁਨੀਆ ਵੀ ਹੈ ਜੀ। ਹਾਂਜੀ। ਚੌਪਈ ਚੱਲ ਆਇਓ ਤਬ ਗੋਰਖਨਾਥ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਸਿਰ ਝੁਕਾਉਣ ਵਾਲਾ ਗੋਰਖਨਾਥ ਸਿੱਧ, ਉਹਨੇ ਦਰਸ਼ਨਾਂ ਦਾ ਫੁਰਨਾ ਬਣਾਇਆ ਵੀ ਗੁਰੂ ਜੀ ਦੇ ਜਾ ਕੇ ਦਰਸ਼ਨ ਕਰੀਏ। ਹਾਂਜੀ। ਸਿੱਧ 84 ਲੇਕਰ ਸਾਥ, 84 ਸਿੱਧ ਨਾਲ ਲੈ ਕੇ ਆਇਆ ਜੀ ਇਹ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਨ ਵਾਸਤੇ। ਮੁਰਸ਼ਿਦ ਕੀਨ ਸਿਪਾਹੀ ਸਾਰੇ, ਹੁਣ ਇਹ ਸ਼ਕਤੀਆਂ ਵਾਲੇ ਸੀਗੇ, ਜਦੋਂ ਆਏ ਸਿੱਖਾਂ ਨੂੰ ਵੀ ਬੇਹੋਸ਼ ਕਰਤਾ, ਸਿਪਾਹੀਆਂ ਨੂੰ ਵੀ ਬੇਹੋਸ਼ ਕਰ ਦਿੱਤਾ ਜੀ। ਦੇਖ ਆਦੇਸ਼ ਆਦੇਸ਼ ਉਚਾਰੇ, ਤੇ ਮਹਾਰਾਜ ਗੁਰੂ ਗਰੀਬ ਨਵਾਜ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕੀਤੇ। ਮਹਾਰਾਜ ਚੌਂਕੜਾ ਮਾਰ ਕੇ ਬੈਠੇ, ਸਰੀਰ ਬਾਹਰੀ ਤੌਰ ਤੇ ਸ਼ਬਦ ਵਰਤਣਾ ਪੈਂਦਾ, ਸਰੀਰ ਦਾ ਬੁਰਾ ਹੀ ਹਾਲ ਹੋਇਆ ਪਿਆ ਜੀ। ਜਦੋਂ ਗੋਰਖਨਾਥ ਤੇ ਸਿੱਧਾਂ ਨੇ ਦਰਸ਼ਨ ਕੀਤੇ, ਮਹਾਰਾਜ ਜੀ ਨੂੰ ਧੰਨ ਧੰਨ ਕਹਿਣ ਲੱਗ ਪਏ ਜੀ, ਆਦੇਸ਼ ਆਦੇਸ਼ ਕਹਿਣ ਲੱਗ ਪਏ। ਹਾਂਜੀ। ਸਨਮੁਖ ਖਰੋ ਹੋਏ ਕਰ ਬੋਲਾ, ਗੋਰਖਨਾਥ ਸਤਿਗੁਰੂ ਜੀ ਦੇ ਸਾਹਮਣੇ ਖਲੋ ਗਿਆ ਜੀ, ਤੇ ਸਾਹਮਣੇ ਖਲੋ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗਾ। ਦ੍ਰਿੜ ਨਿਸ਼ਚਾ ਔਰ ਅਧਿਕ ਅਡੋਲਾ, ਉਹਦਾ ਹਿਰਦਾ ਬੜਾ ਪੱਕਾ ਸੀਗਾ ਜੀ, ਅਡੋਲ ਸੀਗਾ ਜੀ ਗੋਰਖਨਾਥ। ਹਾਂਜੀ। ਅਜਰ ਜਰਨ ਤੁਮ ਸਮਨਹਿ ਆਨ, ਪਰ ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਮੰਨਦਾ ਸਾਂ ਵੀ ਮੇਰਾ ਹਿਰਦਾ ਬੜਾ ਦ੍ਰਿੜ ਹੈ, ਨਹੀਂ ਮਹਾਰਾਜ ਤੁਹਾਡੇ ਅੱਗੇ ਅਸੀਂ ਸਾਰੇ ਹੀ ਖਤਮ ਹੋ ਗਏ। ਮਹਾਰਾਜ ਜਿੰਨੀ ਗੱਲ ਤੁਸੀਂ ਜਰ ਰਹੇ ਹੋ ਕੋਈ ਦੂਜਾ ਜਰ ਹੀ ਨਹੀਂ ਸਕਦਾ। ਹਾਂਜੀ। ਹੇਰਤ ਸਗਰੇ ਭਏ ਹੈਰਾਨ, ਸੱਚੇ ਪਾਤਸ਼ਾਹ ਹੀ ਸਾਰੇ ਸਿੱਧ ਵੇਖ ਕੇ ਹੈਰਾਨ ਹੋ ਗਏ ਆ। ਹਾਂਜੀ। ਇਤਿਕ ਤਾਪ ਸਹੇ ਨਹਿ ਡੋਲੇ, ਇੰਨੀ ਗਰਮੀ, ਇੰਨਾ ਤਾਪ, ਤਪਦਾ ਪਾਣੀ, ਤਪਦੀ ਰੇਤ, ਤਪਦਾ ਹੀ ਤਵਾ। ਸੱਚੇ ਪਾਤਸ਼ਾਹ ਤੁਸੀਂ ਇੱਕ ਵਾਰੀ ਸੀ ਤੱਕ ਨਹੀਂ ਆਖਿਆ ਜੀ। ਹਾਂਜੀ। ਨਸ ਹੈ ਜਗਤ ਜਿਨ ਇੱਕ ਬਚ ਬੋਲੇ, ਮਹਾਰਾਜ ਤੁਹਾਡੇ ਵਿੱਚ ਤੇ ਇੰਨੀ ਤਾਕਤ ਹੈ, ਹੇ ਗੁਰੂ ਅਰਜਨ ਦੇਵ ਜੀ ਤੁਸੀਂ ਇੱਕ ਬਚਨ ਬੋਲੋ ਸਾਰਾ ਜਗਤ ਹੀ ਨਾਸ ਹੋ ਜਾਵੇ ਜੀ। ਚੰਦੂ ਦੀ ਤੇ ਗੱਲ ਹੀ ਇੱਕ ਪਾਸੇ ਦੀ ਹੈ, ਸਾਰਾ ਜਗਤ ਹੀ ਨਾਸ ਕਰ ਸਕਦੇ ਮਹਾਰਾਜ ਇੱਕ ਬਚਨ ਨਾਲ ਤੋਂ। ਹਾਂ। ਤੁਮ ਨਿਜ ਨੇਮ ਨਿਬਾਹਨ ਕਰੋ, ਪਰ ਜੇ ਤੁਸੀਂ ਨਹੀਂ ਬੋਲਣਾ ਕੋਈ ਨਹੀਂ ਮਹਾਰਾਜ, ਤੁਸੀਂ ਆਪਣਾ ਨੇਮ ਕਰੋ। ਦੁਸ਼ਟ ਵਿਨਾਸ਼ਨ ਇਸ਼ ਨਾ ਧਰੋ, ਤੁਸੀਂ ਇੱਛਾ ਨਹੀਂ ਧਾਰਨ ਕੀਤੀ ਦੁਸ਼ਟ ਦੇ ਨਾਸ ਦੀ। ਮੈਂ ਅਬ ਪਾਪੀ ਕੋ ਕਰ ਜੇਤੋ, ਗੋਰਖਨਾਥ ਕਹਿੰਦਾ ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਇਸ ਪਾਪੀ ਦੇ ਘਰ ਨੂੰ ਨਸ਼ਟ ਕਰ ਦਿਆਂ। ਅਵਨੀ ਖੰਡ ਉਲਟ ਦਿਓ ਤੇਤੋ, ਗੋਰਖਨਾਥ ਕਹਿੰਦਾ ਮਹਾਰਾਜ ਜਿੱਥੇ ਇਹਦਾ ਦੁਸ਼ਟ ਦਾ ਘਰ ਹੈ ਨਾ, ਉਹ ਘਰ ਲੈ ਕੇ ਧਰਤੀ ਲੈ ਕੇ ਪੁੱਠੀ ਕਰ ਦਿਆਂਗਾ ਮਹਾਰਾਜ। ਸ਼ਕਤੀ ਹੈ ਨਾ, ਤਾਕਤ ਹੈ। ਹਾਂਜੀ। ਮਹਾ ਅਵਗਿਆ ਕੋ ਫਲ ਪਾਵੈ, ਬੜੀ ਵੱਡੀ ਅਵਗਿਆ ਕਰ ਰਿਹਾ, ਉਹਦਾ ਫਲ ਮਿਲੇਗਾ ਇਹਨੂੰ। ਪੁਨ ਜਗ ਮੈਂ ਨੈ ਸੰਤ ਦੁਖਾਵੈ, ਐਸਾ ਦੁੱਖ ਦਿਆਂਗਾ ਉਹਦੇ ਤੋਂ ਬਾਅਦ ਜਗਤ ਵਿੱਚ ਕੋਈ ਕਿਸੇ ਸੰਤ ਨੂੰ ਦੁੱਖ ਦੇਣ ਬਾਰੇ ਸੋਚੇਗਾ ਹੀ ਨਹੀਂ। ਸ਼੍ਰੀ ਸਤਿਗੁਰ ਸੁਨ ਕਰ ਕਹਿ ਬੈਨ, ਸੱਚੇ ਪਾਤਸ਼ਾਹ ਸੁਣ ਕੇ ਕਹਿਣ ਲੱਗੇ ਮਨ ਸੰਤਨ ਕੈ ਤਰਾਸ ਹੈ ਨਾ। ਮਹਾਰਾਜ ਕਹਿੰਦੇ ਗੋਰਖਨਾਥ ਜੀ ਆਇਆਂ ਨੂੰ ਤੁਸੀਂ ਦਰਸ਼ਨ ਦੇਣ ਵਾਸਤੇ ਆਏ ਹੋ, ਪਰ ਸੰਤ ਕਿਸੇ ਤੋਂ ਡਰਦੇ ਨਹੀਂ ਹੁੰਦੇ। ਮਹਾਰਾਜ ਕਹਿੰਦੇ ਇਹ ਨਾ ਸੋਚਿਓ ਅਸੀਂ ਚੰਦੂ ਤੋਂ ਡਰਦੇ ਹਾਂ। ਸਾਈਂ ਮੀਆਂ ਮੀਰ ਕਹਿੰਦੇ ਸੀ ਮਹਾਰਾਜ ਮੈਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਦਿਆਂਗਾ।
ਜਿਵੇਂ ਇਹ ਗੁਪਤ ਰੂਪ ਚ ਆਏ ਆ ਨਾ, ਉਵੇਂ ਸਾਈਂ ਮੀਆਂ ਮੀਰ ਵੀ ਆਏ ਸੀਗੇ। ਤੇ ਇੱਕ ਕਵੀ ਲਿਖਦਾ, ਜਦੋਂ ਮੀਆਂ ਮੀਰ ਗੁੱਸੇ ਵਿੱਚ ਆ ਗਏ, ਮੈਂ ਚੰਦੂ ਨੂੰ ਖਤਮ ਕਰ ਦੇਣਾ। ਕਹਿੰਦੇ ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ, ਇਹਨਾਂ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ। ਹਾਈ ਮੀਆਂ ਮੀਰ ਜੀ ਨੂੰ ਮਹਾਰਾਜ ਕਹਿੰਦੇ ਫਕੀਰਾਂ ਨੂੰ ਇਹਨਾਂ ਗੁੱਸਾ ਨਹੀਂ ਕਰਨਾ ਚਾਹੀਦਾ। ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ, ਇਹਨਾਂ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ। ਕਿਉਂ? ਸਾਈਂ ਮੀਆਂ ਮੀਰ ਬਚਪਨ ਤੋਂ ਹੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦਾ ਸੀ। ਜਦੋਂ ਮਹਾਰਾਜ ਛੋਟੀ ਉਮਰ ਦੇ ਨਾ 18 ਸਾਲਾਂ ਦੇ, ਸਾਈਂ ਮੀਆਂ ਮੀਰ ਉਦੋਂ ਦਾ ਹੀ ਮਹਾਰਾਜ ਦਾ ਸ਼ਰਧਾਲੂ ਆ। ਉਦੋਂ ਦਾ ਹੀ ਗੁਰੂ ਜੀ ਨੂੰ ਮੰਨਦਾ। ਮੀਆਂ ਮੀਰ ਨੂੰ ਹਿੰਦ ਦੇ ਪੀਰ ਕਹਿੰਦੇ, ਇਹਨਾਂ ਗੁੱਸਾ ਫਕੀਰਾਂ ਨੂੰ ਚਾਹੀਦਾ ਨਹੀਂ। ਜ਼ੁਲਮ ਇੱਕ ਅੱਧਾ ਜ਼ਾਲਮ ਕਰੇ, ਪਿੱਛੋਂ ਮੁਲਕ ਨੂੰ ਕਦੇ ਸਤਾਈਦਾ ਨਹੀਂ। ਉਹ ਕਹਿੰਦਾ ਸੀ ਮਹਾਰਾਜ ਮੈਂ ਮੁਲਕ ਹੀ ਖਤਮ ਕਰ ਦਿਆਂਗਾ, ਲਾਹੌਰ ਤੇ ਦਿੱਲੀ ਖਤਮ ਕਰ ਦਿਆਂਗਾ। ਮਹਾਰਾਜ ਕਹਿੰਦੇ ਦੁਸ਼ਟ ਵਾਹਿਗੁਰੂ, ਜ਼ੁਲਮ ਤੇ ਉਹ ਇੱਕ ਕਰ ਰਿਹਾ ਤੇ ਲੋਕਾਂ ਦਾ ਕੀ ਕਸੂਰ ਹੈ? ਕਹਿੰਦਾ ਸਿੱਧਾਂ ਨੂੰ ਵੀ ਮਹਾਰਾਜ ਇਹੋ ਕਹਿ ਰਹੇ। ਹਾਂਜੀ, ਹਮਨੇ ਕਰਨੋ ਹੈ ਅਸ ਖੇਲੇ। ਮਹਾਰਾਜ ਕਹਿੰਦੇ ਅਸੀਂ ਇਹ ਖੇਡ ਕਰਨੀ ਆ ਭਾਈ। ਹਾਂਜੀ, ਆਏ ਅਪਰ ਕੋ ਬਿਗਨ ਨਾ ਮੇਲੇ। ਮਹਾਰਾਜ ਕਹਿੰਦੇ ਕੋਈ ਦੂਸਰਾ ਆ ਕੇ ਵਿਘਨ ਨਹੀਂ ਪਾ ਸਕਦਾ। ਹੋਨ ਹਾਰ ਪਰ ਨਿਸ਼ਚਾ ਕਰਨੋ, ਇਹ ਸੰਤਨ ਕੋ ਮਤ ਬਰ ਬਰਨੋ। ਸੰਤਾਂ ਨੂੰ ਚਾਹੀਦਾ ਜੋ ਰੱਬ ਕਰੇ ਉਹ ਚੁੱਪ ਕਰਕੇ ਮੰਨ ਲੈਣ। ਹੋਵੇ ਸੰਤ ਤੇ ਰੱਬ ਦੇ ਕੀਤੇ ਤੇ ਤਰਕ ਕਰੇ, ਉਹ ਸੰਤ ਨਹੀਂ ਹੋਏਗਾ ਸਾਧ ਸੰਗਤ ਜੀ। ਹਾਂਜੀ, ਇਹੀ ਬਾਤ ਅਬ ਦੇ ਕਰ ਜਾਵੋ। ਮਹਾਰਾਜ ਕਹਿੰਦੇ ਬਚਨ ਕਰਕੇ ਜਾਓ, ਬਚਨ ਕਰਕੇ। ਤੁਸੀਂ ਕਿਸੇ ਨੂੰ ਕੁਝ ਨਹੀਂ ਕਹੋਗੇ। ਹਾਂਜੀ, ਤਨ ਹੰਤਾ ਧਰ ਨਹੀਂ ਡੋਲਾਵੋ। ਤੇ ਸਰੀਰ ਦੀ ਹੰਤਾ ਖਤਮ ਕਰਕੇ ਤੁਸੀਂ ਵੀ ਨਹੀਂ ਕਦੀ ਡੋਲੋਗੇ। ਇਹ ਬਚਨ ਦੇ ਕੇ ਜਾਓ। ਸੁਨ ਕਰ ਧੰਨ ਧੰਨ ਕਹਿ ਗਏ। ਤੇ ਸੁਣ ਕੇ ਨਾ ਸਿੱਧ ਗੁਰੂ ਜੀ ਅੱਗੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਧੰਨ ਚ ਸੱਚੇ ਪਾਤਸ਼ਾਹ। ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਿਉਂ ਕਹਿੰਦੇ ਸਾਡੀ ਅਵਸਥਾ ਨਹੀਂ ਹੈਗੀ ਮਹਾਰਾਜ। ਹਾਂਜੀ, ਗੁਰ ਰੁਖ ਦੇਖ ਨਾ ਸਿੱਧ ਪ੍ਰਗਟਾਏ। ਸਾਧ ਸੰਗਤ ਜੀ ਗੁਰੂ ਜੀ ਦਾ ਨਵੇਕਲਾ ਹੀ ਅੰਦਾਜ਼ ਵੇਖ ਕੇ ਸਿੱਧ ਫਿਰ ਪ੍ਰਗਟ ਨਹੀਂ ਹੋਏ, ਮੁੜ ਨਹੀਂ ਆਏ। ਪਰ ਸਿੱਧ ਆਏ ਗੁਰੂ ਜੀ ਕੋ ਇਹ ਕਹਿਣ ਵਾਸਤੇ ਸਾਨੂੰ ਹੁਕਮ ਕਰੋ, ਅਸੀਂ ਸਭ ਕੁਝ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਨਹੀਂ। ਹਾਂਜੀ, ਛਿਨ ਮਹਿ ਕੁਛ ਤੇ ਕੁਛ ਕਰ ਦੇਵੈ, ਹੇਰਤ ਜਿਨ ਕੋ ਨਰਗਨ ਸੇਵੈ। ਅਵਸਰ ਪਾਏ ਪੀਰ ਪੁਨ ਆਏ, ਕਰਾਮਾਤ ਕਾਮਲ ਸਮੁਦਾਏ। ਅਜੇ ਸਿੱਧ ਗਏ ਹੀ ਹੈ ਤੇ ਬੜੇ ਬੜੇ ਗੁਪਤ ਪੀਰ ਗੁਰੂ ਅਰਜਨ ਦੇਵ ਜੀ ਕੋਲ ਆ ਗਏ ਵੀ ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰੋ। ਮਹਾਰਾਜ ਅਸੀਂ ਮੌਕਾ ਪਾ ਕੇ ਚੰਦੂ ਨੂੰ, ਜਹਾਂਗੀਰ ਨੂੰ, ਸਾਰਿਆਂ ਨੂੰ ਹੀ ਮਾਰ ਦਿਆਂਗੇ। ਮਹਾਰਾਜ ਉਹਨਾਂ ਨੂੰ ਵੀ ਕਹਿੰਦੇ ਸ਼ਾਂਤ ਹੋ ਜਾਓ। ਚੇਤਾ ਰੱਖਿਓ ਤਾਣ ਹੁੰਦੇ ਹੋਏ ਨਿਤਾਣਾ। ਤਾਣ ਕਿਹਨੂੰ ਕਹਿੰਦੇ ਭਲਾ? ਸ਼ਕਤੀ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੱਜ ਵਾਹਿਗੁਰੂ। ਸ਼ਕਤੀ ਹੋਣ ਦੇ ਬਾਵਜੂਦ ਵੀ ਕੋਈ ਬੰਦਾ ਉਹਨੂੰ ਜਰ ਜਾਵੇ, ਇਹ ਮਹਿਸੂਸ ਕਰੇ ਵੀ ਮੇਰੇ 'ਚ ਸ਼ਕਤੀ ਹੈ ਹੀ ਨਹੀਂ। ਮਾਣ ਹੁੰਦੇ ਹੋਏ ਨਿਮਾਣਾ। ਕਹਿੰਦੇ ਕੋਈ ਵਿਰਲਾ ਇਹੋ ਜਿਹਾ ਭਗਤ ਹੋਏਗਾ। ਸਾਰੀਆਂ ਸ਼ਕਤੀਆਂ ਕਰਾਮਾਤਾਂ ਗੁਰੂ ਅਰਜਨ ਦੇਵ ਜੀ ਦੇ ਕੋਲ ਹਨ, ਪਰ ਮਹਾਰਾਜ ਸ਼ਾਂਤ ਰਹਿੰਦੇ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਾਂਤੀ ਦੇ ਪੁੰਜ ਕਹਿੰਦੇ ਜੇ। ਜਿੰਨੀ ਸ਼ਾਂਤੀ ਮੇਰੇ ਸਤਿਗੁਰੂ ਨੇ ਰੱਖੀ ਦੂਜਾ ਕੋਈ ਰੱਖ ਹੀ ਨਹੀਂ ਸਕਦਾ। ਮਹਾਰਾਜ ਜੀ ਕਿਰਪਾ ਕਰਨ। ਆਓ ਆਪਾਂ ਗੁਰੂ ਜੀ ਨੂੰ ਧੰਨ ਧੰਨ। ਸਿੱਧ ਵੀ ਕਹਿ ਰਹੇ ਆ, ਅਸੀਂ ਕਿਉਂ ਨਹੀਂ ਕਵਾਂਗੇ? ਸਾਡੇ ਤੇ ਗੁਰੂ ਨੇ ਜੀ ਮਹਾਰਾਜ। ਪੰਕਤੀ ਪੜੋ ਫਿਰ ਦਾਸ ਖਿਮਾ ਮੰਗੇ। ਧੰਨ ਧੰਨ ਸਤਿਗੁਰੂ
ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਹਮਾਰਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਗੱਜ ਕੇ ਮਹਾਰਾਜ ਦਾ ਧਿਆਨ ਧਰ ਕੇ ਗੁਰੂ ਅਰਜਨ ਦੇਵ ਜੀ ਦਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਾਰੀ ਸੰਗਤ ਨੂੰ ਬੇਨਤੀ ਹੈ। ਹੋਰ ਸੰਗਤਾਂ ਨੂੰ ਵੀ ਆਖੋ, ਕੁਝ ਸੰਗਤਾਂ ਦੇ ਨਾਗੇ ਚੱਲ ਰਹੇ ਹੈ, ਮਹਾਰਾਜ ਜੀ ਦੀ ਇਹ ਕਥਾ ਜਿਹੜੀ ਹੈ ਜ਼ਰੂਰ ਸੰਗਤਾਂ ਸਰਵਣ ਕਰਨ। ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ